हाँ जी प्यारे बच्चों, वाहिगुरु जी का खालसा वाहिगुरु जी की फतेह। सो ਸਾਰੇ ਹੀ ਬੱਚੇ ਪਿਛਲੇ ਕਾਫੀ ਸਮੇਂ ਤੋਂ ਲੈ ਕੇ ਆਪਾਂ ਗੁਰਮਤ ਕਲਾਸ ਦੇ ਵਿੱਚ ਜੁੜੇ ਹੋਏ ਹਾਂ। ਸੋ ਅੱਜ 160ਵੇਂ ਦਿਨ ਜਿੱਥੇ ਲੋਕ ਮਨਮਤੀ ਤਿਉਹਾਰ ਦੇ ਵਿੱਚ ਬੱਚਿਓ ਕੋਈ ਜਿਹੜਾ ਇਹ ਸਮਾਂ 4 ਤੋਂ 5 ਲੋਕ ਕੋਈ ਦੀਵੇ ਲਗਾਉਣ ਜਾਂਦੇ ਆ, ਕੋਈ ਕਿੱਧਰ ਦੌੜਦਾ ਕੋਈ ਕਿੱਧਰ ਦੌੜਦਾ। ਸੋ ਆਪਾਂ ਸਾਰੇ ਹੀ ਇਸ ਪੇਪਰ ਵਿੱਚ ਪਾਸ ਹੋ ਰਹੇ ਹਾਂ। ਅੱਜ ਆਪਾਂ ਗੁਰਮਤ ਕਲਾਸ ਇਸ ਵੇਲੇ ਲਾ ਰਹੇ ਹਾਂ, ਨਹੀਂ ਤਾਂ ਜੇਕਰ ਆਪਣੇ ਕੋਲ ਇਹ ਗੁਰਬਾਣੀ ਦਾ ਗਿਆਨ ਨਾ ਹੁੰਦਾ ਸ਼ਾਇਦ ਆਪਾਂ ਵੀ ਉਹਨਾਂ ਵਿੱਚ ਸ਼ਾਮਲ ਹੁੰਦੇ। ਸੋ ਆਓ ਅੱਜ ਦੀ ਕਲਾਸ ਦੀ ਸ਼ੁਰੂਆਤ ਕਰਦੇ ਹਾਂ ਜਾਪ ਸੇਵਾ ਦੇ ਨਾਲ। ਬੇਟੀ ਮਨਦੀਪ ਕੌਰ EPP ਨੰਬਰ 10160 ਪਟਿਆਲਾ। ਜੇ ਬੇਟੀ ਸ਼ਾਮਲ ਹੋ ਗਏ ਹਨ ਜੀ ਗਰੁੱਪ ਦੇ ਵਿੱਚ ਤਾਂ ਹੈਂਡ ਰੇਜ਼ ਕਰਨ ਪਲੀਜ਼ ਆਪਣਾ, ਤੇ ਜਾਪ ਸੇਵਾ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਭਜੋਤ ਕੌਰ ਜੀ ਕਿਹੜੀ ਕਲਾਸ ਚ ਪੜ੍ਹਦੇ ਹੋ ਬੇਟੇ? ਚੌਥੀ ਕਲਾਸ। ਹਾਂਜੀ ਹਾਂਜੀ ਬੇਟੇ, ਬਹੁਤ ਵਧੀਆ, ਸ਼ਾਬਾਸ਼। ਹੋਰ ਵੀ ਅੱਗੇ ਸਿੱਖਣਾ ਆਪਾਂ, ਠੀਕ ਹੈ, ਬਹੁਤ ਵਧੀਆ, ਧੰਨਵਾਦ ਬੇਟੇ, ਥੈਂਕ ਯੂ। ਹਾਂਜੀ ਇਸ ਤੋਂ ਅੱਗੇ ਬੇਟੇ ਕੀਰਤਨ ਦੀ ਸੇਵਾ ਜਿਹੜੇ ਬੱਚੇ ਹੈਗੇ ਅੱਜ ਜੀ, ਪਵਨਦੀਪ ਕੌਰ ਤੇ ਰੁਗਨਪ੍ਰੀਤ ਕੌਰ ਜੀ 807 ਤੇ 1779 EPP ਨੰਬਰ। ਬੇਟਾ ਜੀ ਕੀਰਤਨ ਸੇਵਾ ਸ਼ੁਰੂ ਕਰੋ ਜੀ। ਵੀਰ ਜੀ ਗਗਨ ਵੀਰ ਜੀ ਗੁਰਸਾਹਿਬ ਸਿੰਘ ਬੇਟੇ ਅਨਮਿਊਟ ਕਰ ਲਓ। ਪਵਨਦੀਪ ਕੌਰ ਜੀ ਹਾਂਜੀ, ਸ਼ਾਬਾਸ਼ ਬੇਟੇ, ਸ਼ੁਰੂ ਕਰੋ ਜੀ ਕੀਰਤਨ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਜੂਕੇਟ ਪੰਜਾਬ ਜੈਲ ਦੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਟਾਈਮ ਦੇ ਕੇ ਨਿਵਾਜਿਆ। ਅੱਜ ਅਸੀਂ ਇੱਕ ਛੋਟੇ ਜਿਹੇ ਕੀਰਤਨ ਦੀ ਹਾਜ਼ਰੀ ਕਰਾਂਗੇ, ਉਹਨਾਂ ਬੜੇ ਪਿਆਰ ਨਾਲ। ਬੇਟੇ ਮੋਬਾਈਲ ਨੇੜੇ ਕਰ ਲਓ, ਆਵਾਜ਼ ਘੱਟ ਆ ਰਹੀ ਹੈ ਪੁੱਤਰ ਜੀ। ਚਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਆਪ ਜੀ ਨੇ ਪਵਨਦੀਪ ਕੌਰ ਜੀ ਤੇ ਰੋਬਨਪ੍ਰੀਤ ਕੌਰ ਜੀ, ਪਿਆਰੇ ਬੱਚਿਓ, ਇਹ ਜਿਹੜੇ ਕੀਰਤਨ ਕੀਤਾ ਇਹਨਾਂ ਬੱਚਿਆਂ ਨੇ ਭਾਈ ਗੁਰਦਾਸ ਜੀ ਦੀ ਵਾਰ ਹੈ, 19ਵੀਂ ਵਾਰ ਦੀ 6ਵੀਂ ਪੌੜੀ ਹੈ। ਥੋੜਾ ਜਿਹਾ ਮੈਂ ਤੁਹਾਡੇ ਸਾਰਿਆਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਬੇਟਾ ਜੀ ਕਿ ਇਹ ਦਰਬਾਰ ਸਾਹਿਬ ਵੀ ਇਹ ਸ਼ਬਦ ਗਾਇਨ ਕੀਤਾ ਜਾਂਦਾ ਹੈ ਤੇ ਇਹਦਾ ਅਰਥ ਇਸ ਤਰ੍ਹਾਂ ਲੱਗਦਾ ਹੈ ਵੀ ਸਾਨੂੰ ਇਹ ਕਿਹਾ ਗਿਆ ਕਿ ਦੀਵਾਲੀ ਵਾਲੀ ਰਾਤ ਨੂੰ ਦੀਵੇ ਬਾਲਣੇ ਆ। ਇਹਦਾ ਅਰਥ ਇਸ ਤਰ੍ਹਾਂ ਜੇ ਲੱਗਦਾ ਆਪਾਂ ਨੂੰ ਸਮਝਣ ਲਈ, ਪਰ ਇਹ ਭਾਈ ਗੁਰਦਾਸ ਜੀ ਬੇਟੇ ਇਹਦੇ 'ਚ ਕਈ ਤਰ੍ਹਾਂ ਦੀਆਂ ਐਗਜ਼ੈਂਪਲਾਂ ਦੇ ਕੇ ਸਮਝਾ ਰਹੇ ਨੇ ਵੀ ਜਿਸ ਤਰ੍ਹਾਂ ਦੀਵਾ ਲਾਉਣ ਦੇ ਨਾਲ ਹਨੇਰਾ ਚਲਿਆ ਜਾਂਦਾ, ਚਾਨਣ ਆ ਜਾਂਦਾ ਹੈ, ਇਸੇ ਤਰ੍ਹਾਂ ਹੀ ਜੀਵਨ ਜਾਂਚ ਹੈ ਜਿਹੜੀ ਸਾਨੂੰ ਜਦੋਂ ਸਾਡੇ ਜੀਵਨ 'ਚ ਗੁਰੂ ਆ ਜਾਂਦਾ ਹੈ, ਗਿਆਨ ਗੁਰਬਾਣੀ ਦਾ ਆ ਜਾਂਦਾ ਹੈ, ਤਾਂ ਹਨੇਰਾ ਔਗਣਾ ਰੂਪੀ ਚਲਿਆ ਜਾਂਦਾ ਹੈ, ਨਾ ਕਿ ਰਾਤ ਨੂੰ ਸਾਨੂੰ ਦੀਵੇ ਲਗਾਉਣ ਲਈ ਕਿਹਾ ਹੈ। ਜ਼ਿੰਦਗੀ ਦੇ ਵਿੱਚ ਸਾਡੇ ਗਿਆਨ ਆਵੇ, ਚਾਨਣ ਆਵੇ, ਸਾਡਾ ਜੀਵਨ ਸੋਹਣਾ ਬਣੇ। ਸੋ ਇਹ ਭਾਈ ਗੁਰਦਾਸ ਜੀ ਨੇ ਸਮਝਾਉਣ ਐਗਜ਼ੈਂਪਲ ਦਿੱਤੀ ਹੈ ਜਿਹੜੀ ਉਸ ਵੇਲੇ ਗੱਲ ਪ੍ਰਚਲਿਤ ਹੈ। ਸੋ ਇਹ ਧਿਆਨ ਰੱਖਣਾ ਆਪਾਂ ਨੇ। ਸੋ ਹੁਣ ਅਗਲਾ ਪਹਿਲਾ ਸੈਸ਼ਨ ਲੈ ਰਹੇ ਨੇ ਬੇਟੀ ਰਮਨਦੀਪ ਕੌਰ ਜੀ, EPP ਨੰਬਰ 14805 ਫਰੀਦਕੋਟ ਤੋਂ। ਸੋ ਇਹਨਾਂ ਦਾ ਵਿਸ਼ਾ ਹੈ ਜੀ ਕੇਸਾਂ ਦੀ ਮਹਾਨਤਾ। ਬੇਟੀ ਰਮਨਦੀਪ ਕੌਰ ਜੀ ਹੱਥ ਖੜਾ ਕਰੋ ਜੀ, ਆਪ ਜੀ ਹੈਂਡ ਰੇਜ਼ ਕਰੋ। मेरा नाम रमनदीप कौर है। मेरा EPP नंबर 14805 है। ਮੇਰੇ ਬੋਲਣ ਦਾ ਵਿਸ਼ਾ ਹੈ ਕੇਸਾਂ ਦੀ ਮਹਾਨਤਾ। ਕੇਸਾਂ ਵਿੱਚ ਕੁਦਰਤ ਸਰ ਆਈ ਐਮ ਆਡੀਬਲ। ਹਾਂਜੀ ਹਾਂਜੀ ਬੇਟਾ ਜੀ ਬਿਲਕੁਲ। ਕੇਸਾਂ ਵਿੱਚ ਕੁਦਰਤ ਨੇ ਇਹੋ ਜਿਹੀ ਸ਼ਕਤੀ ਬਖਸ਼ੀ ਹੈ ਕਿ ਗੁਰੂ ਨਾਨਕ ਸਾਹਿਬ ਵੀ ਵਡਹੰਸ ਰਾਗ ਵਿੱਚ ਪ੍ਰਮਾਤਮਾ ਦੀ ਸਿਫਤ ਕਰਦੇ ਹੋਏ ਕਹਿੰਦੇ ਹਨ ਕਿ ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲਮੜੇ ਵਾਲਾ। ਇਸ ਦਾ ਅਰਥ ਇਹ ਹੈ ਕਿ ਹੇ ਪ੍ਰਮਾਤਮਾ, ਜਿਹੜੇ ਤੇਰੇ ਨੇਤਰ ਹਨ ਉਹ ਬਹੁਤ ਹੀ ਸੋਹਣੇ ਹਨ ਅਤੇ ਤੇਰੇ ਦੰਦ ਰਸ ਭਰੇ ਹਨ। ਤੇਰਾ ਨੱਕ ਵੀ ਬਹੁਤ ਸੋਹਣਾ ਹੈ ਅਤੇ ਤੇਰੇ ਵਾਲ ਵੀ ਬਹੁਤ ਲੰਬੇ ਹਨ। ਅੱਜ ਕੱਲ੍ਹ ਪੜ੍ਹੇ ਲਿਖੇ ਨੌਜਵਾਨ ਇਹ ਕਹਿ ਦਿੰਦੇ ਹਨ ਕਿ ਕੇਸ ਰੱਖਣ ਦਾ ਕੀ ਫਾਇਦਾ ਹੈ, ਸਾਨੂੰ ਕੇਸ ਰੱਖ ਕੇ ਕੀ ਮਿਲੇਗਾ, ਪਰੰਤੂ ਉਹਨਾਂ ਨੇ ਸਾਡਾ ਇਤਿਹਾਸ ਨਹੀਂ ਪੜ੍ਹਿਆ। ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਾਡੇ ਸਿੰਘ ਸੂਰਮਿਆਂ ਨੇ ਆਪਣੀਆਂ ਕੇਸਾਂ ਕਰਕੇ ਹੀ ਜਾਨਾਂ ਵਾਰੀਆਂ ਹਨ। ਕਿਸੇ ਨੇ ਵੀ ਕੇਸ ਨਹੀਂ ਕਟਵਾਏ, ਖੋਪੜ ਲਹਾਉਣਾ ਮਨਜ਼ੂਰ ਕੀਤਾ ਅਤੇ ਉਹ ਮਹਾਨ ਸਿੰਘ ਬੀਬੀਆਂ ਜਿਨ੍ਹਾਂ ਨੇ ਮੀਰ ਮੰਨੂ ਦੀ ਜੇਲ੍ਹਾਂ ਵੀ ਕੱਟੀਆਂ ਸਨ ਅਤੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਪਵਾ ਲਏ ਸਨ, ਪਰੰਤੂ ਉਹਨਾਂ ਨੇ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ। ਉਸ ਸਮੇਂ ਸਿੰਘਾਂ ਨੇ ਆਪਣਾ ਘਰ-ਬਾਰ ਵੀ ਛੱਡ ਦਿੱਤਾ, ਜੰਗਲਾਂ ਵਿੱਚ ਜਾ ਕੇ ਰਹਿਣ ਲੱਗੇ ਸਿਰਫ ਆਪਣੀ ਸਾਬਤ ਸੂਰਤ ਸਿੱਖੀ ਦੇ ਕਾਰਨ। ਪਰੰਤੂ ਅੱਜ ਕੱਲ੍ਹ ਦਾ ਨੌਜਵਾਨ ਜੋ ਕਿ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦਾ ਹੈ ਅਤੇ ਸ਼ਹਿਰਾਂ ਵਿੱਚ ਨਾਈ ਦੀ ਕੁਰਸੀ ਦੇ ਮੂਹਰੇ ਆ ਕੇ ਜਾ ਬੈਠਾ ਹੈ। ਅੱਜ ਕੱਲ੍ਹ ਦੀਆਂ ਮਾਵਾਂ ਵੀ ਆਪਣੇ ਬੱਚਿਆਂ ਨੂੰ ਨਾਈਆਂ ਦੇ ਮੂਹਰੇ ਲੈ ਕੇ ਜਾਂਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਸਾਡੇ ਬੱਚਿਆਂ ਦੇ ਕੇਸ ਕਟਵਾ ਦਿਓ। ਜਿਨ੍ਹਾਂ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਾਉਣਾ ਚਾਹੀਦਾ ਸੀ, ਉਹ ਮਾਵਾਂ ਆਪਣੇ ਬੱਚਿਆਂ ਨੂੰ ਆਪ ਹੀ ਨਾਈਆਂ ਮੂਹਰੇ ਲੈ ਕੇ ਜਾਂਦੀਆਂ ਹਨ। ਅੱਜ ਕੱਲ੍ਹ ਦਾ ਨੌਜਵਾਨ ਆਪਣੀ ਵੱਖਰੀ ਹੋਂਦ ਬਣਾਉਣਾ ਚਾਹੁੰਦਾ ਹੈ, ਜਿਸ ਕਰਕੇ ਉਹ ਕਹਿੰਦਾ ਹੈ ਕਿ ਸਾਨੂੰ ਦੁਨੀਆ ਜਾਣ ਸਕੇ ਅਤੇ ਉਹ ਨਵੇਂ ਚਿਹਰੇ ਬਣਾ ਕੇ ਲੋਕਾਂ ਨੂੰ ਦੱਸਦਾ ਹੈ। ਪਰੰਤੂ ਅਫਸੋਸ ਦੀ ਗੱਲ ਇਹ ਹੈ ਕਿ ਮੇਰੇ ਵੀਰਾਂ ਨੂੰ ਇਹ ਗੱਲ ਨਹੀਂ ਪਤਾ ਕਿ ਸਿੱਖਾਂ ਦੀ ਇੱਕ ਵੱਖਰੀ ਹੋਂਦ ਹੈ, ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਦੀ ਇੱਕ ਵੱਖਰੀ ਹੋਂਦ ਬਣਾ ਗਏ ਸਨ। ਉਹ ਖਾਲਸਾ ਪੰਥ ਦੀ ਸਿਰਜਣਾ ਕਰ ਗਏ ਸਨ ਕਿ ਇਸ ਕਤਲ ਕਰਾ ਕੇ ਅਸੀਂ ਦੂਸਰਿਆਂ ਤੋਂ ਵੱਖਰੇ ਨਹੀਂ ਬਲਕਿ ਬੇਗਾਨਿਆਂ ਦੇ ਵਿੱਚ ਹੀ ਰਲ ਜਾਂਦੇ ਹਾਂ। ਕੇਸਾਂ ਦੀ ਬੇਅਦਬੀ ਕਰਨ ਦਾ ਅੱਛਾ ਖਾਸਾ ਰੋਲ ਕਈ ਲੋਕ ਮੀਡੀਆ ਦੇ ਵਿੱਚ ਵੀ ਨਿਭਾ ਰਹੇ ਹਨ। ਆਏ ਗਏ ਦਿਨਾਂ ਦੇ ਵਿੱਚ ਨਵੇਂ ਫੈਸ਼ਨ ਆ ਰਹੇ ਹਨ, ਜਿਨ੍ਹਾਂ ਵਿੱਚ ਸਾਡੇ ਸਿੱਖ ਬੱਚੇ ਵੀ ਤੁਰੇ ਜਾ ਰਹੇ ਹਨ। ਪਰੰਤੂ ਬੱਚਿਓ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਾਂ, ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਸਾਡੇ ਲਈ ਵਾਰ ਦਿੱਤਾ। ਇਹ ਫਿਲਮੀ ਹੀਰੋ ਤਾਂ ਸਿਰਫ ਨਕਲਾਂ ਕਰਕੇ ਵਿਖਾਉਂਦੇ ਹਨ, ਪਰੰਤੂ ਵਕਤ ਗਵਾਹ ਹੈ ਕਿ ਖਾਲਸੇ ਨੇ ਉਹ ਵੱਡੇ ਕਾਰਨਾਮੇ ਕਰ ਵਿਖਾਏ ਹਨ ਜੋ ਅੱਜ ਕੱਲ੍ਹ ਕੋਈ ਨਹੀਂ ਕਰ ਸਕਿਆ।
ਅਤੇ ਜਿੰਨੇ ਵੀ ਆਪਣੇ 10 ਗੁਰੂ ਸਾਹਿਬਾਨ ਹੋਏ ਹਨ, ਉਹ ਸਾਰੇ ਸਾਬਤ ਸੂਰਤ ਹੀ ਹੋਏ ਹਨ। ਇੱਕ ਵਾਰ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮੈਂ ਰੱਬ ਨੂੰ ਮਿਲਣਾ ਹੈ, ਤਾਂ ਭਾਈ ਮਰਦਾਨੇ ਨੇ ਕਿਹਾ ਕਿ ਕਿਰਪਾ ਕਰੋ ਤਾਂ ਰੱਬ ਨੂੰ ਵੀ ਮਿਲ ਲਾਂਗੇ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ 3 ਗੱਲਾਂ ਯਾਦ ਰੱਖਣ ਲਈ ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਸਿਰ ਤੇ ਕੇਸ ਰੱਖਣਾ, ਪਿਛਲੀ ਰਾਤ ਉੱਠ ਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਅਤੇ ਕੋਈ ਵੀ ਮਹਿਮਾਨ ਆਵੇ ਉਹਦੀ ਖੂਬ ਸੇਵਾ ਕਰਨੀ। ਛੋਟੇ ਸਾਹਿਬਜ਼ਾਦੇ ਵੀ ਸਨ ਜਿਨ੍ਹਾਂ ਨੂੰ ਬਹੁਤ ਹੀ ਲਾਲਚ ਦਿੱਤੇ ਗਏ ਸਨ, ਪਰੰਤੂ ਉਹਨਾਂ ਨੇ ਆਪਣੀ ਸਿੱਖੀ ਨਹੀਂ ਸੀ ਤਿਆਗੀ। ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਐਸ਼ੋ ਆਰਾਮ ਕਰਾਵਾਂਗੇ। ਬਹੁਤ ਸਾਰੇ ਉਹਨਾਂ ਨੂੰ ਡਰਾਵੇ ਵੀ ਦਿੱਤੇ ਗਏ ਸਨ, ਪਰੰਤੂ ਉਹਨਾਂ ਨੇ ਨਾ ਹੀ ਕਰ ਦਿੱਤੀ। ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੇ ਪੁਰਖਿਆਂ ਦੀ ਪੱਗ ਨੂੰ ਦਾਗ ਨਹੀਂ ਲਾਉਣਾ। ਪਰੰਤੂ ਅੱਜ ਕੱਲ੍ਹ ਦੇ ਨੌਜਵਾਨ ਤਾਂ ਕੇਸਾਂ ਨੂੰ ਕੁਛ ਸਮਝਦੇ ਹੀ ਨਹੀਂ ਹਨ। ਉਹ ਤਾਂ ਨਾਈਆਂ ਦੇ ਕੁਰਸੀ ਦੇ ਮੂਹਰੇ ਜਾ ਕੇ ਆਪਣੇ ਕੇਸ ਕਤਲ ਕਰਵਾਈ ਜਾਂਦੇ ਹਨ। ਸਾਨੂੰ ਗੁਰੂ ਸਾਹਿਬਾਨਾਂ ਦੇ ਸਾਬਤ ਸੂਰਤ ਸਿੰਘ ਜਾਂ ਸਿੰਘਣੀ ਬਣਨਾ ਚਾਹੀਦਾ ਹੈ। ਜਿਹੜਾ ਵੀ ਵੀਰ ਆਪਣਾ ਕੇਸ ਕਤਲ ਕਰਵਾਉਂਦਾ ਹੈ, ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣਾ ਸਿੱਖ ਇਤਿਹਾਸ ਪੜ੍ਹੋ ਕਿ ਸਿੰਘਾਂ ਤੇ ਸਿੰਘਣੀਆਂ ਨੇ ਕਿੰਨੀਆਂ ਹੀ ਸਾਡੇ ਲਈ ਕੁਰਬਾਨੀਆਂ ਕੀਤੀਆਂ ਹਨ। ਜਿਹੜੇ ਵੀਰ ਜਾਂ ਭੈਣ ਕੇਸ ਕਤਲ ਕਰਵਾਉਂਦੇ ਹਨ, ਪਲੀਜ਼ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਅੱਜ ਤੋਂ ਪ੍ਰਣ ਕਰੋ ਕਿ ਅਸੀਂ ਕਦੇ ਵੀ ਕੇਸ ਨਹੀਂ ਕਟਵਾਵਾਂਗੇ ਅਤੇ ਗੁਰੂ ਸਾਹਿਬਾਨ ਦੇ ਬੀਬੀ ਬੱਚੇ ਬਣਾਂਗੇ ਅਤੇ ਬਾਣੀ ਤੇ ਬਾਣੇ ਦੇ ਧਾਰਨੀ ਹੋਵਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਾਰੀ ਐਜੂਕੇਟ ਪੰਜਾਬ ਪ੍ਰੋਜੈਕਟ ਤੇ ਅੰਕਲ ਜੀ ਦਾ ਧੰਨਵਾਦ। ਤੇ ਮੈਂ ਅੱਜ ਦੇ ਬੰਦੀ ਛੋੜ ਦਿਵਸ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟੀ ਰਮਨਦੀਪ ਕੌਰ ਜੀ, ਬਹੁਤ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੇ ਵਿਸ਼ਾ ਸ਼ਾਰਟ ਟਾਈਮ ਦੇ ਵਿੱਚ ਦੱਸਿਆ। ਸੋ ਬੇਟੇ, ਕੇਸਾਂ ਦੀ ਮਹਾਨਤਾ ਦੇ ਵਿੱਚ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ। ਸਾਰੇ ਬੱਚੇ ਸੁਣਿਓ ਧਿਆਨ ਨਾਲ ਕਿ ਜਿਹੜਾ ਖਾਲਸਾ ਹੈਗਾ, ਇਹ ਨਿਆਰਾ ਇਸ ਕਰਕੇ ਹੈ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਿਹੜੀ ਗੁਰਬਾਣੀ, ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨੇ, ਸਾਡੇ ਗੁਰੂ ਜੀ ਸਾਨੂੰ ਬੇਟੇ ਜੋੜਦੇ ਆ ਕੁਦਰਤ ਦੇ ਨਾਲ। ਗੁਰਬਾਣੀ ਹੈ ਜਿਹੜੀ ਸਾਨੂੰ ਕੁਦਰਤ ਨਾਲ ਜੋੜਦੀ ਹੈ। ਸੋ ਗੁਰੂ ਸਾਹਿਬ ਜੀ ਨੇ ਬੇਟੇ ਜਿਸ ਤਰ੍ਹਾਂ ਮਨੁੱਖ ਜਨਮ ਤੋਂ ਪੈਦਾ ਹੁੰਦਾ ਹੈ, ਉਸੇ ਤਰ੍ਹਾਂ ਹੀ ਸਾਰੀ ਜ਼ਿੰਦਗੀ ਉਹਨੇ ਰਹਿਣਾ ਆਪਣੇ ਸਰੀਰ ਦੇ ਨਾਲ। ਉਹਨੇ ਛੇੜਖਾਨੀ ਨਹੀਂ ਕਰਨੀ। ਇਸ ਕਰਕੇ ਸਾਡੇ ਪਿਤਾ ਦਸ਼ਮੇਸ਼ ਜੀ ਨੇ ਸਾਨੂੰ ਸਾਬਤ ਸੂਰਤ ਰਹਿਣ ਦਾ ਹੁਕਮ ਕੀਤਾ ਕਿ ਸਾਨੂੰ ਇਹ ਮਾਣ ਹੋਣਾ ਚਾਹੀਦਾ ਕਿ ਸਾਡੇ ਗੁਰੂ ਜੀ ਨੇ ਸਾਡੇ ਲਈ ਹੁਕਮ ਕਰਤਾ ਕਿ ਸਿੱਖ ਦੇ ਜਿਹੜੇ ਕੇਸ ਨੇ ਉਹ ਪਹਿਚਾਣ ਨੇ। ਸੋ ਆਪਾਂ ਕੁਦਰਤ ਦੇ ਨਾਲ ਜੁੜ ਕੇ ਆਪਣੇ ਗੁਰੂ ਸਾਹਿਬ ਦੇ ਇਸ ਹੁਕਮ ਨੂੰ ਜੀਵਨ ਦੇ ਵਿੱਚ ਕਮਾਉਣਾ, ਕਦੇ ਵੀ ਬੇਟੇ ਉਲੰਘਣਾ ਨਹੀਂ ਕਰਨੀ। ਸੋ ਮੈਂ ਵੀਰ ਗਗਨਦੀਪ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਪਲੀਜ਼ ਜਿਹੜੇ ਕੱਲ ਨੂੰ ਬੇਟੇ ਸਾਰੇ ਬੱਚੇ ਨੋਟ ਕਰਿਓ। ਆਪਣੇ ਕੋਲ ਜਿਹੜੇ ਕੱਲ ਦੇ ਬੁਲਾਰੇ ਨੇ, ਭੈਣ ਮਨਦੀਪ ਕੌਰ ਜੀ ਯੂਕੇ ਤੋਂ, ਜੋ ਕਿ ਇੰਗਲੈਂਡ ਦੇ ਵਿੱਚ 에ਅਰ ਫੋਰਸ ਦੇ ਵਿੱਚ ਪਹਿਲੇ ਸਿੱਖ ਭੈਣ ਹੈ ਜਿਹੜੀ ਪਾਇਲਟ ਹੈ। ਬਹੁਤ ਮਾਣ ਵਾਲੀ ਗੱਲ ਹੈ ਕਿ ਸਾਬਤ ਸੂਰਤ ਬਾਣੇ ਦੇ ਵਿੱਚ, ਦਮਾਲੇ ਦੇ ਵਿੱਚ ਉਹ ਆਪਣੀ ਜੌਬ ਕਰਦੇ ਆ। ਸੋ ਸਾਰੇ ਬੱਚੇ ਆਪਣੇ ਫਰੈਂਡ ਸਰਕਲ ਦੇ ਵਿੱਚ, ਸਾਕ ਸੰਬੰਧੀਆਂ ਨੂੰ, ਦੋਸਤ ਮਿੱਤਰ ਜਿੱਥੇ ਜਿੱਥੇ ਤੁਹਾਡੇ ਲਿੰਕ ਨੇ, ਜ਼ਰੂਰ ਇਹ ਸ਼ੇਅਰ ਕਰਿਓ। ਕੱਲ ਦੀ ਜਿਹੜੀ ਕਲਾਸ ਹੈ ਬਹੁਤ ਇੰਟਰਸਟਿੰਗ ਕਲਾਸ ਹੈ ਤੇ ਬਹੁਤ ਵਧੀਆ ਆਪਾਂ ਨੂੰ ਸਾਰਿਆਂ ਨੂੰ ਸਿੱਖਣ ਨੂੰ ਮਿਲੇਗਾ। ਪਲੀਜ਼ ਸਾਰੇ ਬੱਚੇ ਇਹ ਜ਼ਰੂਰ ਸ਼ੇਅਰ ਕਰਿਓ ਜੀ। ਸੋ ਅਗਲਾ ਦੂਸਰਾ ਸੈਸ਼ਨ ਹੈ ਜੀ ਬੇਟੀ ਗੁਰਪਿੰਦਰ ਕੌਰ ਜੀ ਮਹਿਲ ਕਲਾਂ ਤੋਂ, ਜਿਨ੍ਹਾਂ ਦਾ ਵਿਸ਼ਾ ਹੈ ਗੁਰਬਾਣੀ। ਪਲੀਜ਼ ਬੇਟਾ ਜੀ ਆਪਣਾ ਹੱਥ ਖੜਾ ਕਰੋ। ਗੁਰਪਿੰਦਰ ਕੌਰ ਜੀ, ਹਾਂਜੀ ਬੇਟਾ ਜੀ ਆਪਣਾ ਵਿਸ਼ਾ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਫਤਿਹ। ਬੇਟਾ ਸਰ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਬੇਟੇ ਜੀ, ਕਲੀਅਰ ਹੈ ਬਿਲਕੁਲ। ਸਭ ਤੋਂ ਪਹਿਲਾਂ ਮੈਂ ਅੰਕਲ ਜਸਵਿੰਦਰ ਸਿੰਘ ਖਾਲਸਾ ਜੀ, ਮੈਮ ਸੁਰਿੰਦਰ ਕੌਰ ਜੀ ਤੇ ਆਪਣੇ ਵਾਈਸੀ ਮਲਕੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਸਾਨੂੰ ਸਾਰਿਆਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਇਨਕਰੇਜ ਕੀਤਾ ਕਿ ਹੋਰਾਂ ਨੂੰ ਵੀ ਜੋੜੀਏ। ਤੇ ਅੱਜ ਦਾ ਮੇਰਾ ਟੌਪਿਕ ਹੈ ਜੀ ਗੁਰਬਾਣੀ। ਵੀਰ ਜੀ ਪੀਪੀਟੀ ਸ਼ੇਅਰ ਕਰ ਦਿਓ। ਗਗਨਦੀਪ ਸਿੰਘ ਵੀਰ ਜੀ ਕਰ ਦਿਓ ਪਲੀਜ਼ ਬੇਟੀ ਦੀ ਸ਼ੇਅਰ। ਹਾਂਜੀ ਜੀ, ਅੱਜ ਦਾ ਮੇਰਾ ਵਿਸ਼ਾ ਹੈ ਗੁਰਬਾਣੀ। ਨੈਕਸਟ ਕਰ ਦਿਓ ਜੀ। ਜਿਸ ਤਰ੍ਹਾਂ ਇੱਕ ਸਮੁੰਦਰ ਹੁੰਦਾ ਹੈ, ਆਮ ਨਜ਼ਰ ਨੂੰ ਉਹ ਸਿਰਫ ਸਮੁੰਦਰ ਲੱਗਦਾ ਹੈ, ਪਰ ਜੋ ਮਰਜੀਵੜੇ ਹੁੰਦੇ ਹਨ ਉਹ ਸਾਹ ਰੋਕ ਕੇ ਸਮੁੰਦਰ ਵਿੱਚ ਜਾ ਕੇ ਮੂਰਤੀ ਲਿਆਉਂਦੇ ਹਨ। ਉਹ ਸਮੁੰਦਰ ਨੂੰ ਨਹੀਂ, ਸਗੋਂ ਸਮੁੰਦਰ ਦੀ ਡੂੰਘਾਈ ਨੂੰ ਦੇਖਦੇ ਹਨ। ਇਸ ਤਰ੍ਹਾਂ ਇੱਕ ਆਮ ਇਨਸਾਨ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦੇਖਦਾ ਹੈ ਜਾਂ ਮੱਥਾ ਟੇਕਦਾ ਹੈ, ਪਰ ਗੁਰਬਾਣੀ ਦੀ ਅਸਲ ਡੂੰਘਾਈ ਹੈ ਉਸਨੂੰ ਨਹੀਂ ਜਾਣਦਾ। ਭਾਵ ਜੋ ਸਾਡੇ ਅਨਮੋਲ ਮੋਤੀ ਸ਼ਬਦ ਵਿਚਾਰ ਹਨ ਉਹਨਾਂ ਨੂੰ ਨਹੀਂ ਜਾਣਦਾ। ਸੋ ਸਾਨੂੰ ਗੁਰਬਾਣੀ ਨੂੰ
ਸਮਝਣਾ ਤੇ ਵਿਚਾਰਨਾ ਚਾਹੀਦਾ ਹੈ ਤੇ ਗੁਰਬਾਣੀ ਨੂੰ ਮਹਿਸੂਸ ਕਰਕੇ ਪੜ੍ਹਨਾ ਚਾਹੀਦਾ ਹੈ। ਨੈਕਸਟ ਕਰ ਦਿਓ ਜੀ। ਗੁਰਬਾਣੀ ਤੋਂ ਭਾਵ ਹੈ ਕਿ ਜੋ ਸਾਨੂੰ ਹਨੇਰੇ ਤੋਂ ਚਾਨਣ ਵੱਲ ਜੋ ਬੋਲ ਲੈ ਕੇ ਜਾਂਦੇ ਹਨ ਉਸ ਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ। ਨੈਕਸਟ ਕਰ ਦਿਓ ਜੀ। ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦੇ ਕਈ ਪ੍ਰਕਾਰ ਆਉਂਦੇ ਹਨ, ਜਿਸ ਤਰ੍ਹਾਂ ਸੱਚੀ ਬਾਣੀ ਤੋਂ ਭਾਵ ਹੈ ਅਟਲ ਸਚਾਈ। ਦੂਸਰਾ ਹੈ ਖਸਮ ਕੀ ਬਾਣੀ, ਇਸ ਤੋਂ ਭਾਵ ਹੈ ਵਾਹਿਗੁਰੂ ਦੀ ਬਾਣੀ। ਤੀਸਰਾ ਹੈ ਧੁਰ ਕੀ ਬਾਣੀ, ਭਾਵ ਜੋ ਧੁਰ ਦਰਗਾਹੋਂ ਬਾਣੀ ਆਈ ਹੈ। ਤੇ ਚੌਥਾ ਹੈ ਅੰਮ੍ਰਿਤ ਬਾਣੀ, ਭਾਵ ਅੰਮ੍ਰਿਤ ਰੂਪੀ ਬਾਣੀ ਜੋ ਮਰਿਆਂ ਵਿੱਚ ਵੀ ਜਾਨ ਪਾ ਦਿੰਦੀ ਹੈ। ਜੋ ਗੁਰੂ ਨਾਲੋਂ ਟੁੱਟੇ ਹਨ, ਬਾਣੀ ਉਸਨੂੰ ਵੀ ਉਸਦੇ ਔਗਣ ਬਖਸ਼ ਕੇ ਗੁਰੂ ਵਾਲੀ ਕਰ ਦਿੰਦੀ ਹੈ। ਨੈਕਸਟ ਕਰ ਦਿਓ ਜੀ। ਇਸ ਤੋਂ ਬਾਅਦ ਹੈ ਗੁਰਬਾਣੀ ਬ੍ਰਹਮ ਵਿਚਾਰ ਹੈ। ਲੋਕ ਜਾਣੇ ਇਹੋ ਰੀਤ ਹੈ, ਇਹੋ ਤੋਂ ਬ੍ਰਹਮ ਵਿਚਾਰ। ਆਪ ਕਈ ਲੋਕ ਜਾਣਦੇ ਹਨ, ਸਮਝਦੇ ਹਨ ਕਿ ਇਹ ਤਾਂ ਇੱਕ ਸਿਰਫ ਗੀਤ ਹੈ, ਪਰ ਇਹ ਬ੍ਰਹਮ ਵਿਚਾਰ ਭਾਵ ਪਰਮਾਤਮਾ ਦੀ ਸਿਫਤ ਸਾਰ ਹੈ। ਇਸ ਤੋਂ ਬਾਅਦ ਹੈ ਸਤਿਕਾਰ। ਬਾਣੀ ਸਾਨੂੰ ਆਦਰ ਜ਼ਰੂਰ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਅਸੀਂ 10 ਗੁਰੂ ਸਾਹਿਬਾਨ ਜੀ ਦੇ ਜੀਵਨ ਤੋਂ ਸਭ ਜਾਣੂ ਹਾਂ, ਬਾਣੀ ਦਾ ਅਦਬ ਬਹੁਤ ਕੀਤਾ ਹੈ। ਪਰਮਾਤਮਾ ਦੀ ਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਵੀ ਗੁਰੂ ਜੀ ਤੋਂ ਸਿੱਖਿਆ ਪ੍ਰਾਪਤ ਕਰ। ਨੈਕਸਟ ਕਰ ਦਿਓ ਜੀ। ਇਸ ਤੋਂ ਬਾਅਦ ਆਉਂਦਾ ਹੈ ਹੁਕਮਨਾਮਾ ਸਾਹਿਬ, ਭਾਵ ਅਸੀਂ ਜਾਣਦੇ ਹਾਂ ਕਿ ਜਦ ਵੀ ਸਾਨੂੰ ਕੋਈ ਮੁਸ਼ਕਿਲ ਆਵੇ ਤਾਂ ਸਾਡਾ ਮਨ ਡੋਲ ਜਾਂਦਾ ਹੈ, ਪਰ ਜਦੋਂ ਵੀ ਸਾਨੂੰ ਹੁਕਮਨਾਮਾ ਸਾਹਿਬ ਲੈ ਲੈਣਾ ਚਾਹੀਦਾ ਹੈ, ਉਸ ਨਾਲ ਸਾਡੀ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਇੱਕ ਵਾਰ ਇੰਗਲੈਂਡ ਦੇ ਕੋਈ ਵੂਮਨ ਸੀ ਜਿਨ੍ਹਾਂ ਨੇ ਉਹ ਬਹੁਤ ਡਰਿੰਕ ਕਰਦੇ ਸੀ, ਪਰ ਜਦ ਉਹ ਇੱਕ ਗੁਰਦੁਆਰਾ ਸਾਹਿਬ ਵਿੱਚ ਗਏ ਤਾਂ ਗ੍ਰੰਥੀ ਸਿੰਘ ਜੀ ਨੇ ਕਿਹਾ ਕਿ ਤੁਹਾਨੂੰ ਕੀ ਮੁਸ਼ਕਿਲ ਹੈ, ਤਾਂ ਉਹਨਾਂ ਨੇ ਦੱਸਿਆ ਕਿ ਮੈਂ ਡਰਿੰਕ ਬਹੁਤ ਕਰਦੀ ਹਾਂ, ਮੇਰੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ। ਤਾਂ ਗ੍ਰੰਥੀ ਸਿੰਘ ਜੀ ਨੇ ਉਹਨਾਂ ਨੂੰ ਹੁਕਮਨਾਮਾ ਸਾਹਿਬ ਸੁਣਾਇਆ, ਜਿਸ ਵਿੱਚ ਸੀ ਗੁਰਬਾਣੀ ਫੁਰਮਾਨ ਆਇਆ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਤਾਂ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਗੁਰੂ ਸਾਹਿਬ ਜੀ ਨਾਲ ਜੁੜੋ, ਗੁਰੂ ਜੀ ਸਾਰੇ ਪਿਛਲੇ ਔਗਣ ਬਖਸ਼ ਕੇ ਆਪਣੇ ਨਾਲ ਜੋੜ ਕੇ ਤੁਹਾਨੂੰ ਅੱਗੇ ਮਾਰਗ ਪਾਉਣਗੇ। ਜਦ ਵੀ ਸਾਨੂੰ ਕੋਈ ਮੁਸ਼ਕਿਲ ਆਵੇ ਤਾਂ ਸਾਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਭਗਤ ਨਾਮਦੇਵ ਜੀ ਵੀ ਕਹਿੰਦੇ ਹਨ, ਗੁਰਬਾਣੀ ਵਿੱਚ ਵੀ ਆਉਂਦਾ ਹੈ ਫੁਰਮਾਨ, ਤੂੰ ਕੋ ਨਰੇ ਮੈਂ ਜੀ ਨਾਮਾ ਹੋ ਜੀ, ਭਾਵ ਭਗਤ ਨਾਮਦੇਵ ਜੀ ਵੀ ਪਰਮਾਤਮਾ ਨਾਲ ਗੱਲਾਂ ਕਰਦੇ ਹਨ ਕਿ ਉਹ ਪਰਮਾਤਮਾ ਉਹਨਾਂ ਨੂੰ ਪੁੱਛਦੇ ਹਨ ਤੂੰ ਕੌਣ ਹੈ, ਤਾਂ ਭਗਤ ਨਾਮਦੇਵ ਜੀ ਵੀ ਦੱਸਦੇ ਹਨ ਕਿ ਮੈਂ ਨਾਮਾ ਹਾਂ। ਸੋ ਸਾਨੂੰ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਪਰਮਾਤਮਾ ਨਾਲ ਜੋ ਵੀ ਸਾਡੇ ਕੋਈ ਮੁਸ਼ਕਿਲ ਆਵੇ ਜਾਂ ਕੁਛ ਵਿਚਾਰ ਹੋਵੇ, ਪਰਮਾਤਮਾ ਨਾਲ ਸ਼ੇਅਰ ਕਰਨੀ ਜ਼ਰੂਰ ਚਾਹੀਦੀ ਹੈ। ਪਰਮਾਤਮਾ ਨਾਲ ਅਸੀਂ ਗੱਲਬਾਤ ਕਰੀਏ ਤਾਂ ਕਿ ਸਾਨੂੰ ਸਾਡੀ ਮੁਸ਼ਕਿਲ ਦਾ ਹੱਲ ਮਿਲ ਸਕੇ। ਨੈਕਸਟ ਕਰ ਦਿਓ ਜੀ। ਵਾਹਿਗੁਰੂ ਤੇ ਭਰੋਸਾ। ਜੇਕਰ ਸਾਨੂੰ ਵਾਹਿਗੁਰੂ ਤੇ ਭਰੋਸਾ ਹੋਵੇਗਾ, ਬਾਣੀ ਨਾਲ ਜੁੜੇ ਹੋਵਾਂਗੇ, ਤਾਂ ਅਸੀਂ ਵਾਹਿਗੁਰੂ ਜੀ ਨੂੰ ਸਦਾ ਸਾਡੇ ਅੰਗ ਸੰਗ ਸਮਝਾਂਗੇ। ਤਾਂ ਜੋ ਵੀ ਸਾਨੂੰ ਮੁਸ਼ਕਿਲ ਆਵੇਗੀ ਉਹ ਸਾਨੂੰ ਅਸਲ ਵਿੱਚ ਮੁਸ਼ਕਿਲ ਨਹੀਂ ਲੱਗੇਗੀ, ਅਸੀਂ ਉਸਨੂੰ ਆਰਾਮ ਨਾਲ ਸੌਖੇ ਤਰੀਕੇ ਨਾਲ ਪਾਰ ਕਰ ਸਕਦੇ ਹਾਂ। ਨੈਕਸਟ ਕਰ ਦਿਓ ਜੀ। ਅਰਦਾਸ। ਸਾਨੂੰ ਸਭ ਨੂੰ ਪਤਾ ਹੈ ਕਿ ਅਰਦਾਸ ਵਿੱਚ ਬਹੁਤ ਸ਼ਕਤੀ ਹੈ। ਜਦ ਵੀ ਕੋਈ ਮੁਸ਼ਕਿਲ ਆਵੇ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਜ਼ਰੂਰ ਕਰਨੀ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਅਸੀਂ ਹਰ ਰੋਜ਼ ਕਰਦੇ ਹਾਂ। ਸੋ ਸਾਨੂੰ ਇਹ ਵੀ ਅਰਦਾਸ ਕਰਨੀ ਚਾਹੀਦੀ ਹੈ ਕਿ ਪਰਮਾਤਮਾ, ਜੇ ਸਾਡੇ ਤੋਂ ਕੋਈ ਗਲਤੀ ਵੀ ਹੋ ਜਾਵੇ ਤਾਂ ਵੀ ਪਰਮਾਤਮਾ ਅੱਗੇ ਜੇ ਅਰਦਾਸ ਕਰੀਏ ਤਾਂ ਪਰਮਾਤਮਾ ਸਾਨੂੰ ਬਖਸ਼ ਦਿੰਦਾ ਹੈ। ਇਸ ਤਰ੍ਹਾਂ ਸਾਡੇ ਵਿੱਚ ਅਸੀਂ ਜੇਕਰ ਗੁਰਬਾਣੀ ਨਾਲ ਜੁੜੇ ਹੁੰਦੇ ਹਾਂ ਤਾਂ ਸਾਡੇ ਵਿੱਚ ਆਪਣੇ ਆਪ ਚੰਗੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਅਸੀਂ ਗੁੱਡ ਲਿਸਨਰ ਤੇ ਗੁੱਡ ਸਪੀਕਰ ਵੀ ਬਣੀਏ। ਜੋ ਵੀ ਸਾਨੂੰ ਕੈਂਪ ਵਿੱਚ ਸਿਖਾਇਆ ਜਾਂਦਾ ਹੈ ਉਸ ਤੋਂ ਅਸੀਂ ਜ਼ਰੂਰ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਤੇ ਗੁਰਬਾਣੀ ਨੂੰ ਪੜ੍ਹਨ ਦੇ ਨਾਲ ਨਾਲ ਵਿਚਾਰੀਏ ਜੀ ਵੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਫਿਰ ਤੋਂ ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟੀ
ਗੁਰਪਿੰਦਰ ਕੌਰ ਜੀ, ਬਹੁਤ ਵਧੀਆ ਬੇਟੇ, ਤੁਸੀਂ ਸ਼ਬਦ ਦੇ ਅਰਥ ਸੰਖੇਪ ਵਿੱਚ ਰੱਖਿਆ। ਸੋ ਸਾਰੇ ਬੱਚੇ ਕੋਸ਼ਿਸ਼ ਕਰੀਏ ਜੀ ਅਸੀਂ ਗੁਰਬਾਣੀ ਦੀ ਚਾਨਣ ਹੈ, ਜਿਹੜਾ ਗੁਰਬਾਣੀ ਦਾ ਗਿਆਨ ਹੈ ਸਾਡੇ ਜੀਵਨ ਚ ਆਵੇ, ਅਗਿਆਨਤਾ ਦੇ ਹਨੇਰੇ ਚੋਂ ਨਿਕਲ ਕੇ, ਮਨਮੱਤਾਂ ਵਿੱਚੋਂ ਨਿਕਲ ਕੇ ਬੇਟੇ ਅਸੀਂ ਆਪਣੇ ਆਪ ਨਾਲ ਜੁੜੀਏ। ਗੁਰਬਾਣੀ ਸਾਨੂੰ ਆਪਣੇ ਆਪ ਨਾਲ ਜੁੜਦੀ ਹੈ। ਸੋ ਬੇਟੇ ਸਾਰੇ ਬੱਚੇ ਦੇਖਿਓ ਪਲੀਜ਼, ਇਹ ਵਾਲਾ ਜਿਹੜਾ ਸ਼ਬਦ ਬੇਟੀ ਨੇ ਗਾਇਨ ਕੀਤਾ ਸੀ ਉਹਦੇ ਅਰਥ ਹੈ। ਸਾਰੇ ਬੱਚੇ ਤੁਸੀਂ ਸਕਰੀਨਸ਼ਾਟ ਲੈ ਲਓ ਜੀ, ਆਪ ਜੀ ਬਾਅਦ ਚ ਪੜ੍ਹ ਲਿਓ। ਮੈਂ ਸੰਖੇਪ ਚ ਪੜ੍ਹਦਾ ਨਾ ਬੇਟੇ। ਦੀਵਾਲੀ ਦੀ ਰਾਤ ਨੂੰ ਤਕਰੀਬਨ ਹਰੇਕ ਗੁਰਦੁਆਰੇ ਵਿੱਚ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ, ਇਸ ਸ਼ਬਦ ਵਿੱਚ ਜਿਹੜਾ ਲਫ਼ਜ਼ ਦੀਵਾਲੀ ਆਇਆ ਹੈ, ਦੀਵਾਲੀ ਆਉਣ ਕਰਕੇ ਉਹਨੂੰ ਜੋੜ ਦਿੱਤਾ ਗਿਆ ਦੀਵਾਲੀ ਨਾਲ, ਪਰ ਇਹ ਸੰਬੰਧਿਤ ਹੈ ਮੌਤ ਨਾਲ। ਸੋ ਪੂਰੇ ਅਰਥ ਇਹਦੇ ਥੱਲੇ ਕੀਤੇ ਆ ਕਿ ਦੀਵਾਲੀ ਦੀ ਰਾਤ ਨੂੰ ਘਰੋਂ ਘਰੀ ਆਪਾਂ ਦੀਵੇ ਬਾਲਦੇ ਹਾਂ, ਪਰ ਸਵੇਰੇ ਹੋਣ ਸਾਰ ਉਹ ਬੁਝ ਜਾਂਦੇ ਨੇ। ਰਾਤ ਨੂੰ ਅਸਮਾਨ ਵਿੱਚ ਚਮਕਣ ਵਾਲੇ ਛੋਟੇ ਤਾਰੇ ਵੀ ਬੇਟੇ ਰਾਤ ਨੂੰ ਦੇਖਦੇ ਆਪਾਂ ਇਸ ਤਰ੍ਹਾਂ, ਹਨਾ, ਉਹ ਰੋਸ਼ਨੀ ਕਰਦੇ ਆ ਤੇ ਉਹ ਵੀ ਬੁਝ ਜਾਂਦੇ ਆ। ਸੋ ਆਪ ਜੀ ਪੂਰਾ ਇਹ ਸ਼ਬਦ ਪੜ੍ਹਿਓ ਤਾਂ ਕਿ ਆਪ ਜੀ ਨੂੰ ਅਰਥ ਕਲੀਅਰ ਹੋ ਜਾਣ ਬੇਟੇ ਦੇ। ਤੇ ਅੱਗੇ ਲਿਖਿਆ ਜੀ, ਇਸ ਦਿਨ ਉਹ ਲੋਕ ਦੀਵੇ ਬਾਲ ਕੇ ਧਨ ਲక్ష్ਮੀ ਦੀ ਪੂਜਾ ਕਰਦੇ ਨੇ ਬੇਟੇ। ਜਦੋਂ ਸਕੂਲ ਵਿੱਚ ਅਸੀਂ ਪੜ੍ਹਦੇ ਸੀ ਉਦੋਂ ਸਾਨੂੰ ਪੜ੍ਹਾਇਆ ਜਾਂਦਾ ਸੀ ਬੇਟੇ ਕਿ ਲక్ష్ਮੀ ਘਰ ਵਿੱਚ ਆਉਂਦੀ ਹੈ, ਬੂਹੇ ਖੁੱਲੇ ਰੱਖਣੇ ਹੈ। ਲక్ష్ਮੀ ਬੇਟੇ ਗੁਰੂ ਦਾ ਬਚਨ ਮੰਨ ਕੇ ਜੀਵਨ 'ਚ ਮਿਹਨਤ ਕਰਕੇ ਜਿਹੜੀ ਲక్ష్ਮੀ ਆ ਉਹ ਪਿੱਛੇ ਪਿੱਛੇ ਆਉਂਦੀ ਹੈ। ਘਰ ਦੇ ਬੂਹੇ ਰੱਖ ਕੇ, ਖੁੱਲੇ ਰੱਖ ਕੇ ਲక్ష్ਮੀ ਕਦੇ ਵੀ ਪ੍ਰਾਪਤ ਨਹੀਂ ਹੁੰਦੀ। ਮੀਨਜ ਮਾਇਆ ਆਪਣੀ ਇਮਾਨਦਾਰੀ ਨਾਲ ਕਿਰਤ ਕਰਕੇ, ਗੁਰੂ ਤੋਂ ਗਿਆਨ ਲੈ ਕੇ, ਜੀਵਨ ਜਿਉਂ ਕੇ ਸਾਡੇ ਜੀਵਨ ਵਿੱਚ ਫਿਰ ਜਿਹੜੀ ਮਾਇਆ ਹੈ ਉਹ ਪਿੱਛੇ ਪਿੱਛੇ ਆਪਣੇ ਆਪ ਆਉਂਦੀ ਹੈ। ਉਹਨੂੰ ਦਰਵਾਜ਼ਾ ਖੁੱਲਾ ਨਹੀਂ ਰੱਖਣਾ ਪੈਂਦਾ। ਜੇ ਦਰਵਾਜ਼ਾ ਖੋਲ ਕੇ ਬੇਟੇ ਮਾਇਆ ਆਉਂਦੀ ਹੁੰਦੀ ਤਾਂ ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਗੇਟ ਵੀ ਨਹੀਂ ਲੱਗੇ ਹੋਏ, ਜਿਨ੍ਹਾਂ ਦੇ ਪੱਲੀਆਂ ਲੱਗੇ ਨੇ, ਕੁਝ ਓਪਨ ਨੇ, ਬਿਲਕੁਲ ਲੋੜਵੰਦ ਨੇ, ਜਿਨ੍ਹਾਂ ਦੇ ਘਰਾਂ ਵਿੱਚ ਲਾਈਟ ਵੀ ਨਹੀਂ ਹੈ, ਤਾਂ ਅੱਜ ਨੂੰ ਉਹਨਾਂ ਦੇ ਘਰ ਵਿੱਚ ਲక్ష్ਮੀ ਨੇ ਆ ਜਾਣਾ ਸੀ। ਸੋ ਅਗਲੀ ਤੀਸਰਾ ਸੈਸ਼ਨ ਹੈ ਜੀ ਬੇਟਾ ਪ੍ਰਭਜੋਤ ਸਿੰਘ 15/637 ਪਟਿਆਲਾ ਜ਼ੋਨ ਤੋਂ ਜੀ, ਜਿਨ੍ਹਾਂ ਦਾ ਵਿਸ਼ਾ ਲੇਖਕ ਬਣਨਾ। ਪਲੀਜ਼ ਬੇਟੇ ਹੈਂਡ ਰੇਜ਼ ਕਰਿਓ ਆਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਬੇਟਾ ਜੀ, ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪ੍ਰਭਜੋਤ ਸਿੰਘ ਹੈ ਤੇ ਮੇਰਾ EPP ਨੰਬਰ 15/637 ਹੈ। ਮੇਰਾ ਜ਼ੋਨ ਪਟਿਆਲਾ ਹੈ ਤੇ ਮੇਰੇ ਵਾਈਸੀ ਦਾ ਨਾਮ ਸਰਦਾਰ ਸਰਬਜੀਤ ਸਿੰਘ ਕੜਾਮ ਹੈ। ਅੱਜ ਮੈਂ ਸਭ ਤੋਂ ਪਹਿਲਾਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੁੱਚੀ ਟੀਮ ਅਤੇ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਹੀ ਦਿੱਤਾ। ਅਤੇ ਮੈਂ ਜੋ ਅੱਜ ਵਿਸ਼ਾ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਚੱਲਾ ਹਾਂ, ਉਹਨਾਂ ਵਿੱਚ ਵੀ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਜੀ ਦਾ ਅਤੇ ਪੂਰੀ ਸਮੁੱਚੀ ਐਜੂਕੇਟ ਪੰਜਾਬ ਪ੍ਰੋਜੈਕਟ ਟੀਮ ਦਾ ਬਹੁਤ ਬਹੁਤ ਯੋਗਦਾਨ ਹੈ। ਸੋ ਸ਼ੁਰੂਆਤ ਕਰਦੇ ਹਾਂ। ਦਾਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਉੱਤੇ ਇੱਕ ਕਿਤਾਬ ਲਿਖੀ ਸੀਗੀ ਅਤੇ ਭਾਈ ਤਾਰੂ ਸਿੰਘ ਜੀ ਦੇ ਜੀਵਨ ਉੱਪਰ ਇੱਕ ਕਿਤਾਬ ਲਿਖੀ ਸੀਗੀ, ਜਿਸ ਦੀ ਆਰੰਭਤਾ ਪਹਿਲਾਂ ਮੈਂ ਸਹਿਜ ਪਾਠ ਕਰਦਾ ਪਿਆ ਸੀਗਾ ਤੇ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਇਸ ਸਾਲ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਹੈ ਤੇ ਕਿਉਂ ਨਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਅੱਛੀ ਤਰ੍ਹਾਂ ਸਟੱਡੀ ਕਰਕੇ ਉਹਨਾਂ ਦੇ ਜੀਵਨ ਤੋਂ ਕੁਛ ਨਾ ਕੁਝ ਸਿੱਖਿਆ ਲਵੀ ਜਾਏ। ਤੇ ਮੈਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਬਿਲਕੁਲ ਡੀਪਲੀ ਜਾਣਨਾ ਚਾਹੁੰਦਾ ਸੀ। ਸੋ ਇਸ ਲਈ ਮੈਂ ਸੋਚਿਆ ਕਿ ਉਹਨਾਂ ਦੇ ਜੀਵਨ ਉੱਪਰ ਇੱਕ ਕਿਤਾਬ ਲਿਖੀ ਜਾਏ, ਜਿਸ ਨਾਲ ਮੈਨੂੰ ਵੀ ਉਹਨਾਂ ਦੇ ਜੀਵਨ ਬਾਰੇ ਬਹੁਤ ਕੁਝ ਗੱਲਾਂ ਜਾਣੂ ਹੋਣ। ਉਹਨਾਂ ਨੇ ਕਿਸ ਤਰ੍ਹਾਂ ਪ੍ਰਚਾਰ ਕੀਤਾ, ਕਿੰਨਾ ਲੋਕਾਂ ਨੂੰ ਸਿੱਧੇ ਰਾਹ ਪਾਇਆ, ਕਰਮਕਾਂਡਾਂ ਆਦਿ ਜ਼ੁਲਮ ਦੇ ਰਸਤਿਆਂ ਤੋਂ ਹਟਾ ਕੇ ਚੰਗੇ ਪਾਸੇ ਇੱਕ ਅਕਾਲ ਪੁਰਖ ਨੂੰ ਯਾਦ ਕਰਨ ਦੇ ਰਸਤੇ ਪਾਇਆ ਸੀਗਾ। ਸੋ ਇਹ ਸਭ ਘਟਨਾਵਾਂ, ਇਹ ਸਭ ਉਪਦੇਸ਼ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਜਾਣਨ ਲਈ ਦਾਸ ਨੇ ਇੱਕ ਪੁਸਤਕ ਲਿਖਣ ਦਾ ਸੋਚਿਆ ਸੀ। ਸੋ ਇੱਕ ਦਿਨ ਸਹਿਜ ਪਾਠ ਕਰਦੇ ਕਰਦੇ ਹੀ ਇਹ ਮਨ ਵਿੱਚ ਵਿਚਾਰ ਆਇਆ। ਸੋ ਫਿਰ ਇਸ ਕਿਤਾਬ ਨੂੰ ਲਿਖਣ ਲਈ ਬਹੁਤ ਹੀ ਅਲੱਗ-ਅਲੱਗ ਇਤਿਹਾਸਕਾਰਾਂ, ਅਲੱਗ-ਅਲੱਗ ਪੁਸਤਕਾਂ ਪੜ੍ਹਨ ਦੀ ਕੋਸ਼ਿਸ਼ ਕੀਤੀ, ਅਲੱਗ-ਅਲੱਗ ਸੋਰਸਿਸ
ਇੰਟਰਨੈਟ ਆਦਿ ਕਿਤਾਬਾਂ ਅਲੱਗ-ਅਲੱਗ ਵਿਦਵਾਨਾਂ ਦੀ ਪੜ੍ਹਨੀਆਂ ਪਈਆਂ, ਜਿਸ ਕਾਰਨ ਬਹੁਤ ਮੈਨੂੰ ਗਿਆਨ ਹਾਸਲ ਹੋ ਸਕਿਆ, ਜਿੰਨਾ ਮੈਨੂੰ ਕਦੀ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੈਨੂੰ ਪਤਾ ਲੱਗੇਗਾ। ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ। ਉਹਨਾਂ ਨੇ ਹਿੰਦ ਧਰਮ ਦੀ ਰੱਖਿਆ ਲਈ ਆਪਣਾ ਸੀਸ, ਆਪਣੀ ਜਾਨ ਦੀ ਕੁਰਬਾਨੀ ਲਗਾ ਦਿੱਤੀ ਤੇ ਹਿੰਦ ਧਰਮ ਦੀ ਰੱਖਿਆ ਕੀਤੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਔਰੰਗਜ਼ੇਬ, ਜੋ ਕਿ ਹਿੰਦੁਸਤਾਨ ਦਾ ਬਾਦਸ਼ਾਹ ਸੀ, ਉਸ ਨੇ ਸਾਰੇ ਹੀ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਜਿੰਨੇ ਵੀ ਭਾਰਤ ਵਿੱਚ ਹਿੰਦੂ ਵੱਸਦੇ ਸਨ, ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹਿਆ ਸੀ। ਉਸ ਨੇ ਸਾਰੇ ਹੀ ਹਿੰਦੂਆਂ ਤੇ ਜ਼ਬਰਦਸਤੀ ਕੀਤੀ, ਉਹਨਾਂ ਦੇ ਮੰਦਿਰ ਢਵਾਏ, ਉਹਨਾਂ ਦੇ ਜ਼ਬਰਦਸਤੀ ਜਨੇਊ ਵੀ ਤੜਵਾ ਦਿੱਤੇ ਸਨ। ਫਿਰ ਉਸਨੂੰ ਪਤਾ ਲੱਗਾ ਕਿ ਕਸ਼ਮੀਰ ਦੇ ਪੰਡਿਤ ਹੀ ਹਿੰਦੂ ਧਰਮ ਦੀ ਨੀਂਹ ਹਨ। ਅਗਰ ਕਸ਼ਮੀਰ ਦੇ ਸਾਰੇ ਪੰਡਿਤ ਮੁਸਲਮਾਨ ਬਣ ਜਾਣ ਤਾਂ ਸਾਰਾ ਹੀ ਹਿੰਦੁਸਤਾਨ ਮੁਸਲਮਾਨ ਬਣ ਜਾਏਗਾ। ਸੋ ਇਸ ਕਰਕੇ ਔਰੰਗਜ਼ੇਬ ਨੇ ਕੀ ਕੀਤਾ, ਉਸਨੇ ਸਾਰੇ ਹੀ ਦੇ ਸਾਰੇ ਹਿੰਦੂਆਂ, ਕਸ਼ਮੀਰੀ ਪੰਡਤਾਂ ਤੇ ਜ਼ੁਲਮ ਵਧਾ ਦਿੱਤਾ ਤੇ ਉਹਨਾਂ ਦੇ ਜਨੇਊ ਤੜਵਾਣੇ ਸ਼ੁਰੂ ਕਰ ਦਿੱਤੇ। ਪਰੇਸ਼ਾਨ ਹੋਏ ਕਸ਼ਮੀਰੀ ਪੰਡਤਾਂ ਨੂੰ ਸਾਰੇ ਰਾਹ ਬੰਦ ਹੋ ਗਏ। ਸਾਰੀ ਮੂਰਤੀਆਂ ਦੀ ਉਹਨਾਂ ਨੇ ਪੂਜਾ ਕੀਤੀਆਂ, ਪਰ ਕੋਈ ਵੀ ਫਲ ਨਹੀਂ ਮਿਲਿਆ। ਅੰਤ ਵਿੱਚ ਉਹਨਾਂ ਦੇ ਮਨ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਵਿਚਾਰ ਆਏ। ਸੋ ਉਹ ਸਾਰੇ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਫਰਿਆਦ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ। ਉਹਨਾਂ ਸਾਰਿਆਂ ਦੀ ਫਰਿਆਦ ਗੁਰੂ ਤੇਗ ਬਹਾਦਰ ਜੀ ਨੇ ਸੁਣੀ ਤਾਂ ਖੇਲਦੇ ਖੇਲਦੇ ਗੁਰੂ ਗੋਬਿੰਦ ਰਾਏ ਜੀ ਵੀ ਦਰਬਾਰ ਵਿੱਚ ਹਾਜ਼ਰ ਹੋਏ। ਉਹਨਾਂ ਨੇ ਸਾਰੀ ਗੱਲ ਕਸ਼ਮੀਰੀ ਪੰਡਤਾਂ ਦੀ, ਜੋ ਉਹਨਾਂ ਨੇ ਆਪਣੇ ਦੁੱਖ ਸੁਣਾਏ, ਉਹ ਵੀ ਸੁਣੀ। ਸੋ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਸਮੱਸਿਆ ਦਾ ਇਹ ਰਾਹ ਦੱਸਿਆ ਸੀ ਕਿ ਯਦੀ ਕੋਈ ਮਹਾਨ ਆਤਮਾ ਆਪਣੀ ਜਾਨ ਦੀ ਕੁਰਬਾਨੀ ਲਗਾਏ ਤਾਂ ਹੀ ਹਿੰਦ ਧਰਮ ਦੀ ਰੱਖਿਆ ਹੋ ਸਕਦੀ ਹੈ। ਸੋ ਇਸੇ ਕਰਕੇ ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਤੁਹਾਡੇ ਤੋਂ ਵੱਡੀ ਆਤਮਾ ਹੋਰ ਕਿਸ ਦੀ ਹੋ ਸਕਦੀ ਹੈ। ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਇੱਕ 9 ਸਾਲ ਦਾ ਬਾਲ ਗੁਰੂ ਗੋਬਿੰਦ ਰਾਏ ਜੀ, ਜੋ ਆਪਣੇ ਪਿਤਾ ਨੂੰ ਖੁਦ ਕੁਰਬਾਨੀ ਦੇਣ ਲਈ ਕਹਿ ਰਹੇ ਹਨ, ਇਹ ਕਿੰਨੀ ਵੱਡੀ ਗੱਲ ਹੈ। ਅਜਿਹਾ ਇਤਿਹਾਸ ਅੱਜ ਤੱਕ ਪੂਰੇ ਹਿੰਦੁਸਤਾਨ ਕੀ ਪੂਰੀ ਦੁਨੀਆ ਵਿੱਚ ਨਹੀਂ ਹੋਇਆ ਕਿ ਕਿਸੇ ਬੇਟੇ ਨੇ ਆਪਣੇ ਪਿਤਾ ਨੂੰ ਸ਼ਹੀਦੀ ਦੇਣ ਲਈ ਕਿਹਾ ਹੋਵੇ। ਇਹ ਸੱਚੀ ਬਹੁਤ ਮਹਾਨਤਾ ਵਾਲੀ ਗੱਲ ਹੈ। ਸੋ ਸਾਨੂੰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਅਨੇਕਾਂ ਹੀ ਸਿੱਖਿਆ ਮਿਲਦੀਆਂ ਹਨ ਕਿ ਅਸੀਂ ਜ਼ੁਲਮ ਦਾ ਟਾਕਰਾ ਕਰਨਾ ਹੈ, ਪਰ ਹਿੰਮਤ ਨਹੀਂ ਹਾਰਨੀ। ਅਤੇ ਅੱਗੇ ਮੈਂ ਆਪਣੀ ਸਟੋਰੀ ਦੱਸ ਰਿਹਾ ਸੀਗਾ ਕਿ ਸਾਨੂੰ ਜੀ ਹੁਣ ਮੈਂ ਅਲੱਗ-ਅਲੱਗ ਸੋਰਸਿਸ ਤੋਂ ਸਰਚਿਸ ਕੀਤੀਆਂ ਤੇ ਕੁਝ ਜਾਣਕਾਰੀਆਂ ਪ੍ਰਾਪਤ ਕੀਤੀਆਂ ਤਾਂ ਕਿ ਕਿਤਾਬ ਦੀ ਆਰੰਭਤਾ ਹੋ ਸਕੇ। ਇਸ ਕਿਤਾਬ ਨੂੰ ਲਿਖਦਿਆਂ ਮੈਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਦਾ ਸਹਿਯੋਗ ਮਿਲਿਆ। ਮੈਂ ਆਪਣੇ ਜ਼ੋਨ ਦੇ ਵਾਈਸੀ ਸਰਦਾਰ ਸਰਬਜੀਤ ਸਿੰਘ ਘੜਾਮ ਜੀ ਨਾਲ ਵੀ ਅਨੇਕਾਂ ਵਿਚਾਰਾਂ ਕੀਤੀਆਂ, ਉਹਨਾਂ ਤੋਂ ਜਾਣਿਆ ਤੇ ਉਹਨਾਂ ਤੋਂ ਕੁਝ ਸੁਝਾਅ ਵੀ ਲਏ ਅਤੇ ਉਹਨਾਂ ਨੇ ਵੀ ਮੇਰਾ ਪੂਰਾ ਸਹਿਯੋਗ ਦਿੱਤਾ। ਅੱਗੇ ਅਸੀਂ ਗੱਲ ਕੀਤੀ ਵੀ ਜਦੋਂ ਮੇਰੀ ਕਿਤਾਬ ਪੂਰੀ 2-3 ਮਹੀਨਿਆਂ ਤੋਂ ਬਾਅਦ ਇੱਕ ਰੈਡੀ ਹੋਈ ਤਾਂ ਫਿਰ ਮੈਂ ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਟੀਮ ਨਾਲ ਗੱਲ ਕੀਤੀ ਆਪਣੇ ਵਾਈਸੀ ਸਰਦਾਰ ਸਰਬਜੀਤ ਸਿੰਘ ਜੀ ਘੜਾਮ ਜੀ ਦੇ ਥਰੂ। ਤਾਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਨੇ ਮੇਰਾ ਸਹਿਯੋਗ ਦਿੱਤਾ ਤੇ ਉਸ ਕਿਤਾਬ ਨੂੰ ਪ੍ਰਿੰਟ ਕਰਵਾਉਣ ਵਿੱਚ ਵੀ ਮੇਰਾ ਬਹੁਤ ਸਹਿਯੋਗ ਦਿੱਤਾ। ਅਤੇ ਮੈਨੂੰ ਇਸ ਕਿਤਾਬ ਲਿਖਣ ਦੇ ਨਾਲ ਹੀ ਬਹੁਤ ਕੁਝ ਗਿਆਨ ਵੀ ਹਾਸਲ ਹੋਇਆ। ਇੱਥੋਂ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਵਡਿਆਈ ਕਰਨ ਬਾਰੇ ਨਹੀਂ ਦੱਸਣਾ ਚਾਹੁੰਦਾ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਨਿੱਕੀਆਂ ਹੀ ਉਮਰਾਂ ਦੇ ਵਿੱਚ ਵੀ ਕਈ ਕੁਝ ਕਰ ਸਕਦੇ ਹਾਂ ਜੋ ਅਸੀਂ ਵੱਡੇ ਹੋ ਕਰ ਨਹੀਂ ਕਰ ਸਕਦੇ। ਅਸੀਂ
ਇੱਥੋਂ ਬਹੁਤ ਅਲੱਗ-ਅਲੱਗ ਸਿੱਖਿਆਵਾਂ ਲੈ ਸਕਦੇ ਹਾਂ ਕਿ ਅਸੀਂ ਨਿੱਕੇ ਹੁੰਦਿਆਂ ਅਜਿਹਾ ਨਾਮ ਬਣਾਉਣਾ ਹੈ ਕਿ ਸਾਨੂੰ ਸਾਰੀ ਦੁਨੀਆ ਵਿੱਚ ਯਾਦ ਕਰਨ। ਅਤੇ ਨਾਲ ਹੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੁੱਚੀ ਟੀਮ ਨੇ ਮੈਨੂੰ ਇਨਾਮ ਵੀ ਦਿੱਤਾ, ਜੋ ਕਿ ਮੈਂ ਬਹੁਤ ਧੰਨਵਾਦ ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਅਤੇ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਜੀ ਦਾ। ਅਤੇ ਨਾਲ ਹੀ ਨਾਲ ਮੈਂ ਉਹਨਾਂ ਦਾ ਇਸ ਕਰਕੇ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹ ਮੇਰੀ ਪੜ੍ਹਾਈ ਦੀ ਪੂਰੀ ਫੀਸ ਦੇ ਰਹੇ ਹਨ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਇੰਗਲੈਂਡ ਵਾਲੇ ਹਰ ਮਹੀਨੇ ਆਪਾਂ ਸਾਰਿਆਂ ਦੀ ਫੀਸ ਭਰਦੇ ਹਨ। ਅਸੀਂ ਉਹਨਾਂ ਦਾ ਧੰਨਵਾਦ ਕਰਨ ਜੋਗੇ ਨਹੀਂ, ਪਰ ਅਸੀਂ ਜ਼ਰੂਰ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਅਤੇ ਮੈਂ ਪ੍ਰਮਾਤਮਾ ਦਾ ਵੀ ਬਹੁਤ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਬਣਾਇਆ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਫਤ ਵਿੱਚ ਕੁਝ ਬੋਲ ਲਿਖ ਸਕਾਂ। ਅਤੇ ਆਸ਼ਾ ਹੈ ਕਿ ਤੁਹਾਡੇ ਸਾਰਿਆਂ ਤੱਕ ਇਹ ਕਿਤਾਬ ਜਲਦ ਤੋਂ ਜਲਦ ਪਹੁੰਚ ਜਾਏਗੀ। ਇਸ ਦੀ ਪ੍ਰਿੰਟਿੰਗ ਵੀ ਸਟਾਰਟ ਹੋ ਚੁੱਕੀ ਹੈ। ਤੇ ਇੱਥੋਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਅਸੀਂ ਵੀ ਅਜਿਹੇ ਹੋਰ ਕੰਮ ਕਰੀਏ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੀ ਕੌਮ ਦਾ ਬਹੁਤ ਹੀ ਖਰਚ ਸੋਨੇ ਲਗਾਉਣ ਆਦਿ, ਸੋਨੇ ਦੇ ਗੁੰਬਦ ਤਿਆਰ ਕਰਨ ਵਿੱਚ ਲੱਗਦਾ ਹੈ, ਪਰ ਇਹਨਾਂ ਦਾ ਕੋਈ ਦੇਖਿਆ ਜਾਏ ਤਾਂ ਕੋਈ ਫਾਇਦਾ ਨਹੀਂ ਹੁੰਦਾ। ਸਾਡੀ ਕੌਮ ਦੇ ਨੌਜਵਾਨ ਬੱਚੇ ਬਿਨਾਂ ਪੜ੍ਹੇ ਹੀ ਰਹਿ ਜਾਂਦੇ ਹਨ। ਕਈਆਂ ਨੂੰ ਖਾਣ ਨੂੰ ਪ੍ਰਸ਼ਾਦਾ ਤੱਕ ਨਹੀਂ ਮਿਲਦਾ। ਤੋ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਦਾ ਇਹ ਯੋਗਦਾਨ ਰਹਿੰਦਾ ਹੈ ਕਿ ਸਾਰੇ ਬੱਚਿਆਂ ਨੂੰ ਚੰਗੀ ਤੋਂ ਚੰਗੀ ਸਿੱਖਿਆ ਦੇਈ ਜਾਏ, ਉਹਨਾਂ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਾਇਆ ਜਾਏ, ਤਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਗੁਰਸਿੱਖ ਡਾਕਟਰ, ਗੁਰਸਿੱਖ ਵਕੀਲ ਬਣਨ, ਤਾਂ ਕਿ ਪੂਰੇ ਹੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਉਣ ਅਤੇ ਸਿੱਖੀ ਦਾ ਨਾਮ ਰੋਸ਼ਨ ਕਰਨ ਅਤੇ ਸਾਰਿਆਂ ਨੂੰ ਹੀ ਚੰਗੀਆਂ ਫੈਸਿਲਿਟੀਆਂ, ਸਾਰਿਆਂ ਦੀ ਲੋੜਵੰਦਾਂ ਦੀ ਮਦਦ ਕਰਨ। ਮੇਰਾ ਵੀ ਇਹ ਵਾਅਦਾ ਹੈ ਕਿ ਮੇਰਾ ਸੁਪਨਾ ਹੈ ਕਿ ਮੈਂ ਇੱਕ ਗੁਰਸਿੱਖ ਜੱਜ ਬਣਾ ਅਤੇ ਚੰਗੇ ਹੀ ਹੁਕਮ ਦੇਵਾਂ ਤੇ ਚੰਗੇ ਹੀ ਨਿਆਂ ਕਰਾਂ, ਤਾਂ ਕਿ ਕੋਈ ਵੀ ਕਿਸੇ ਨੂੰ ਵੀ ਗਲਤ ਨਿਆਂ ਨਾ ਮਿਲ ਸਕੇ। ਤੇ ਮੈਂ ਆਪਣੀ ਦਸਵੰਧ ਦੀ ਮਾਇਆ ਵਿੱਚ ਸਾਰਿਆਂ ਨੂੰ ਹੀ, ਸਾਰੇ ਲੋੜਵੰਦ ਵੀਰਾਂ ਦੀ ਮਦਦ ਕਰਨ ਦੇ ਯਤਨ ਕਰਾਂਗਾ। ਇੱਥੋਂ ਦੀ ਮੈਂ ਆਪਣੇ ਸੈਸ਼ਨ ਦੀ ਸਮਾਪਤੀ ਕਰਨ ਜਾਣਾ ਹਾਂ ਤੇ ਮੈਂ ਅਗੇਨ ਧੰਨਵਾਦ ਕਰਨਾ ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੁੱਚੀ ਟੀਮ ਅਤੇ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਮੇਰੇ ਕਿਤਾਬ ਲਿਖਣ ਵਿੱਚ ਸਹਾਇਤਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਉੱਪਰ। ਸੋ ਇੰਨੀਆਂ ਹੋਈਆਂ ਭੁੱਲਾਂ ਗਲਤੀਆਂ ਮਾਫ਼ ਕਰਨੀਆਂ ਜੀ। ਆਪ ਸਭ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਸੋ ਪਿਆਰ ਨਾਲ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਪ੍ਰਭਜੋਤ ਸਿੰਘ ਜੀ, ਬਹੁਤ ਆਪ ਜੀ ਨੂੰ ਵਧਾਈਆਂ। ਇੰਨੀ ਨਿੱਕੀ ਉਮਰ ਦੇ ਵਿੱਚ ਆਪ ਜੀ ਨੇ ਜੋ ਇੱਕ ਲੇਖਕ ਬਣਨ ਦਾ ਟੌਪਿਕ ਲਿਆ ਹੈ। ਕੱਲ ਜਿਹੜੇ ਆਪਣੇ ਕੋਲ ਪਿਆਰੇ ਵਿੱਚੋਂ ਵੀਰ ਆਏ ਸੀ ਗੌਰਵਦੀਪ ਸਿੰਘ ਜੀ, ਉਹਨਾਂ ਨੇ ਵੀ ਇਹ ਜਿਹੜੇ ਆਪਾਂ ਨੂੰ ਦੱਸੇ ਸੀ ਮੋਟੀਵੇਸ਼ਨ ਵੀ ਲਾਈਫ ਦੇ ਵਿੱਚ ਲੀਡਰਸ਼ਿਪ ਦੇ ਜਿਹੜੇ ਗੁਣ ਕੱਲ ਆਪਾਂ ਸਾਰਿਆਂ ਨੇ ਸੁਣੇ ਆ। ਸੋ ਇਸੇ ਦੇ ਤਹਿਤ ਪ੍ਰਭਜੋਤ ਸਿੰਘ ਜੀ ਪਾਸੋਂ ਆਪਾਂ ਜੋ ਇਹਨਾਂ ਦੀ ਮਿਹਨਤ ਹੈ, ਆਪਾਂ ਸਾਰੇ ਵੱਖਰੇ ਹਾਂ। ਪ੍ਰਮਾਤਮਾ ਨੇ ਹਰੇਕ ਨੂੰ ਯੂਨੀਕ ਬਣਾਇਆ ਕੁਝ ਵੱਖਰਾ ਕਰਨ ਲਈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਲਿਖਣ ਬਾਰੇ ਪਾਤਸ਼ਾਹ ਜੀ ਨੇ ਲਿਖਿਆ ਹੈ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਭੈਣ ਜੀ ਜੇਕਰ ਸੁਣਦੇ ਆਪ ਜੀ ਤਾਂ ਜ਼ਰੂਰ ਸ਼ੇਅਰ ਕਰਿਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੈ, ਧੰਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਲਿਖਣਾ ਕੀ ਹੈ, ਅਸਲ ਕੀ ਲਿਖਣਾ ਹੈ, ਕੀ ਗਾਉਣਾ ਹੈ, ਕੀ ਸੁਣਨਾ ਹੈ। ਸੱਚ ਲਿਖੀਏ ਬੇਟੇ, ਸੱਚ ਦੀ ਖੋਜ ਕਰੀਏ। ਬੜਾ ਗਾਇਕ ਵੀ ਗੀਤ ਲਿਖਦੇ ਆ, ਬੜਾ ਲੱਚਰ ਵੀ ਲਿਖਿਆ ਜਾਂਦਾ। ਲਿਖਣਾ ਕੀ ਹੈ ਇਹ ਵੀ ਸਾਨੂੰ ਗੁਰਬਾਣੀ ਦੱਸਦੀ ਹੈ। ਸੁਣਨਾ ਕੀ ਹੈ, ਗਾਉਣਾ ਕੀ ਹੈ, ਸਾਰਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਇੱਕ ਮੋੜ ਤੇ ਸਾਡੀ ਲਾਈਫ ਦੇ ਵਿੱਚ ਸਾਨੂੰ ਗਾਈਡ ਕਰਦੇ ਆ। ਸੋ ਅਗਲਾ ਵਿਸ਼ਾ ਹੁਣ ਜਿਹੜਾ ਚੌਥਾ ਸੈਸ਼ਨ ਹੈ, ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਭੈਣ ਕੁਲਵੰਤ ਕੌਰ ਜੀ, ਸਪੋਕਨ ਇੰਗਲਿਸ਼ ਉਹਨਾਂ ਦਾ ਵਿਸ਼ਾ ਹੈ। ਸੋ ਮੈਂ ਭੈਣ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਆਪ ਜੀ ਬੱਚਿਆਂ ਨਾਲ ਵਿਚਾਰਾਂ ਦੀ ਸਾਂਝ ਪਾਓ ਜੀ।
ਭੈਣ ਕੁਲਵੰਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਭੈਣ ਜੀ। ਬਹੁਤ ਬਹੁਤ ਧੰਨਵਾਦ ਜੀ। ਅੱਜ ਦਾ ਸੈਸ਼ਨ ਜਿਹੜਾ ਹੈ ਉਹ ਬੇਸਡ ਹੈ ਐਰਰਸ ਇਨ ਦੀ ਯੂਜ਼ ਆਫ ਐਡਵਰਬਸ। ਅਸੀਂ ਜੋ ਐਰਰਸ ਕਰਦੇ ਹਾਂ ਐਡਵਰਬਸ ਦੇ ਯੂਜ਼ ਦੇ ਵਿੱਚ, ਜੋ ਗਲਤੀਆਂ ਕਰਦੇ ਹਾਂ। ਐਡਵਰਬਸ ਦਾ ਮਤਲਬ ਹੁੰਦਾ ਹੈ ਕਿਰਿਆ ਵਿਸ਼ੇਸ਼ਣ। ਬੱਚਿਓ ਅੱਗੇ ਵੀ ਮੈਂ ਕਿਹਾ ਸੀ, ਜੇਕਰ ਅਸੀਂ ਆਪਣੀ ਮਾਂ ਬੋਲੀ ਦੀ ਗ੍ਰਾਮਰ ਚੰਗੀ ਤਰ੍ਹਾਂ ਕਰ ਲਵਾਂਗੇ ਤਾਂ ਸਾਨੂੰ ਕੋਈ ਵੀ ਲੈਂਗੁਏਜ ਸਿੱਖਣ 'ਚ ਕਦੇ ਮੁਸ਼ਕਿਲ ਨਹੀਂ ਆਏਗੀ। ਠੀਕ। ਐਡਵਰਬਸ ਹੁੰਦੇ ਕਿਰਿਆ ਵਿਸ਼ੇਸ਼ਣ, ਉਹ ਸ਼ਬਦ ਜੋ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਆ। ਐਡਜੈਕਟਿਵਸ ਅਸੀਂ ਕੀਤਾ ਸੀਗਾ ਕਿ ਜੋ ਸ਼ਬਦ ਕਿਸੇ ਨਾਉਨ ਜਾਂ ਪ੍ਰੋਨਾਉਨ ਦੀ ਵਿਸ਼ੇਸ਼ਤਾ ਦੱਸਦੇ ਆ। ਜਿਵੇਂ ਅਸੀਂ ਕਿਹਾ ਕਿ ਇਹ ਹਾਰਡ ਚੇਅਰ ਹੈ, ਇਹ ਚੇਅਰ ਹੈ ਹਾਰਡ ਹੈ। ਕਿਸ ਤਰ੍ਹਾਂ ਦੀ ਹੈ ਚੇਅਰ? ਇਹ ਕੁਰਸੀ ਕਿੱਦਾਂ ਦੀ ਹੈ? ਹਾਰਡ ਹੈ। ਇਹ ਟੇਬਲ ਦਾ ਸਰਫੇਸ ਕਿੱਦਾਂ ਦਾ ਹੈ? ਸੌਫਟ ਹੈ ਜਾਂ ਹਾਰਡ ਹੈ ਜਾਂ ਪਲੇਨ ਹੈ ਜਾਂ ਸਮੂਥ ਹੈ। ਯਾਨੀ ਕਿ ਅਸੀਂ ਜਦੋਂ ਅਸੀਂ ਨਾਉਨ ਦੀ ਵਿਸ਼ੇਸ਼ਤਾ ਦੀ ਗੱਲ ਕਰਦੇ ਹਾਂ ਉਹ ਹੁੰਦੇ ਐਡਜੈਕਟਿਵਸ, ਜਿਨ੍ਹਾਂ ਨੂੰ ਅਸੀਂ ਵਿਸ਼ੇਸ਼ਣ ਕਹਿੰਦੇ ਹਾਂ। ਪਰ ਜਦੋਂ ਅਸੀਂ ਕਿਸੇ ਕਿਰਿਆ, ਕੋਈ ਕੰਮ ਹੋਇਆ ਹੈ, ਉਹ ਕਿਸ ਤਰੀਕੇ ਨਾਲ ਹੋਇਆ ਹੈ। ਜਿਵੇਂ ਮੰਨ ਲਓ ਮੈਂ ਜਾ ਰਹੀ ਹਾਂ, ਤੇਜ਼ ਤੇਜ਼ ਜਾ ਰਹੀ ਹਾਂ, ਫਾਸਟ ਜਾ ਰਹੀ ਹਾਂ, ਸਲੋ ਜਾ ਰਹੀ ਹਾਂ, ਜਲਦੀ ਜਾ ਰਹੀ ਹਾਂ, ਦੇਰ ਨਾਲ ਜਾ ਰਹੀ ਹਾਂ। ਸੋ ਜੋ ਕੋਈ ਕੰਮ ਹੋ ਰਿਹਾ ਹੈ, the thing which is happening, how it is happening, how it is going on, that is an adverb। ਜੋ ਕਿਨੂੰ ਡਿਸਕ੍ਰਾਈਬ ਕਰਦਾ ਹੈ, ਕਿਸੇ ਵਰਬ ਨੂੰ ਅਸੀਂ ਐਡਵਰਬ ਕਹਿੰਦੇ ਹਾਂ। ਸੋ ਨਾਲ ਨਾਲ ਅਸੀਂ ਮੈਂ ਜਸਟ ਇੱਕ ਬਰੀਫ ਡਿਸਕ੍ਰਿਪਸ਼ਨ ਦਿੱਤੀ ਸੀ ਐਡਵਰਬਸ ਦੀ। ਅਸੀਂ ਉਹਦੇ ਵਿੱਚ ਕੀ ਮਿਸਟੇਕਸ ਕਰ ਦਿੰਦੇ ਹਾਂ, that we will discuss in today's class। First, ਜਿਵੇਂ ਅਸੀਂ ਕਿਹਾ I play basketball good। ਮੈਂ ਵਧੀਆ, ਦੇਖਣ ਨੂੰ ਲੱਗ ਰਿਹਾ ਹੈ I play basketball good, ਮੈਂ ਵਧੀਆ ਬਾਸਕਟਬਾਲ ਖੇਡਦੀ ਹਾਂ। I play basketball good। ਸੋ ਅਸੀਂ good ਨਹੀਂ ਯੂਜ਼ ਕਰਨਾ, ਅਸੀਂ ਕੀ ਕਰਨਾ ਹੈ I play basketball well। I play basketball well। ਜਿਵੇਂ ਅਸੀਂ ਕਿਹਾ they pay me well, ਉਹ ਮੈਨੂੰ ਵਧੀਆ ਪੇ ਕਰਦੇ ਆ। ਅਸੀਂ ਇਹ ਨਹੀਂ ਕਵਾਂਗੇ they pay me good, ਉਹ ਮੈਨੂੰ ਵਧੀਆ ਪੇ ਕਰਦੇ ਆ। ਤਾਂ ਅਸੀਂ ਕੀ ਕਵਾਂਗੇ well। I play basketball well। Next, I am very much sorry। Normally we do this mistake, I am very much sorry। ਤੁਸੀਂ ਏਦਾਂ ਨਹੀਂ ਯੂਜ਼ ਕਰੋਗੇ, ਤੁਸੀਂ ਕੀ ਕਰੋਗੇ I am very sorry। ਇਹ ਜਿਹੜੇ ਮੈਂ ਹਾਈਲਾਈਟ ਕੀਤੇ ਨੇ ਇਹ ਐਡਵਰਬਸ ਨੇ। I play good ਮਤਲਬ ਮੈਂ ਖੇਡਦੀ ਹਾਂ, ਕਿਸ ਤਰ੍ਹਾਂ ਖੇਡਦੀ ਹਾਂ? ਵਧੀਆ। ਸੋ ਵਧੀਆ ਕੀ ਹੈ? ਐਡਵਰਬ ਹੈ। ਇਹ ਪਲੇ ਦੀ ਅਸੀਂ ਕਿਸ ਤਰ੍ਹਾਂ ਪਲੇ ਕਰ ਰਹੇ ਹਾਂ, ਅਸੀਂ ਜਿਹੜੀ ਸਾਡੀ ਵਰਬ ਹੈ, ਸਾਡੀ ਕਿਰਿਆ, ਉਹਦੀ ਵਿਸ਼ੇਸ਼ਤਾ ਦੱਸ ਰਹੇ ਹਾਂ। ਠੀਕ ਹੈ। ਸੋ I play well, I play good ਨਹੀਂ ਕਵਾਂਗੇ, ਅਸੀਂ ਕਵਾਂਗੇ I play basketball well। ਸੌਰੀ ਡੀਅਰ ਸਟੂਡੈਂਟਸ, ਜੇ ਤੁਹਾਨੂੰ ਕੋਈ ਡਿਸਟਰਬੈਂਸ ਆ ਰਹੀ ਹੈ, ਐਕਚੁਅਲੀ ਉਹ ਫੈਸਟੀਵਲ ਹੋਣ ਕਰਕੇ ਨਾ ਥੋੜੀ ਬਾਹਰੋਂ ਡਿਸਟਰਬੈਂਸ ਬਹੁਤ ਆ ਰਹੀ ਹੈ ਅੱਜ। I am very sorry। Next is it is much cold today। It is much cold today। आज बहुत ठंड है। It is much cold today। So it is very cold today। ਅਸੀਂ much cold नहीं use करना। So much की है adverb है, but ਅਸੀਂ ये नहीं कहेंगे it is very cold today। ठीक है। Next is she is very poor to pay her dues। She is very poor to pay her dues। ਉਹ ਇੰਨੀ ਗਰੀਬ ਹੈ ਕਿ ਆਪਣੇ ਬਕਾਇਆ, ਇੱਥੇ ਡਿਊ ਦਾ ਮਤਲਬ ਹੈ ਬਕਾਇਆ, ਜਿਹੜੀ ਹੈ ਬਣਦੀ ਪੇਮੈਂਟ ਹੈ, ਉਹ ਪੇ ਨਹੀਂ ਕਰ ਸਕਦੀ। ਉਹ ਇੰਨੀ ਗਰੀਬ ਹੈ। She is very poor to pay her dues। ਇੱਥੇ ਅਸੀਂ ਕੀ ਕਵਾਂਗੇ? She is too poor to pay her dues। ਇਹ ਯਾਦ ਰੱਖਣਾ। ਇਹ ਸੈਂਟੈਂਸ ਬੱਚੇ ਅਕਸਰ ਇਹਦੇ ਵਿੱਚ ਗਲਤੀ ਕਰ ਦਿੰਦੇ ਆ, ਔਰ ਇਹ ਸਪੈਸ਼ਲੀ ਮੈਂ ਸੈਂਟੈਂਸ ਇਸ ਲਈ ਲਿਆ ਹੈ ਕਿਉਂਕਿ ਇਟ ਇਜ਼ ਨਾਰਮਲੀ ਆਸਕਡ ਇਨ ਯੋਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਉਹ ਇੰਨੀ ਗਰੀਬ ਹੈ ਕਿ ਆਪਣੀ ਬਕਾਇਆ ਰਾਸ਼ੀ ਜਾਂ ਆਪਣੀ ਫੀ ਪੇ ਨਹੀਂ ਕਰ ਸਕਦੀ। ਤਾਂ ਉੱਥੇ ਅਸੀਂ ਕੀ ਯੂਜ਼ ਕਰਨੇ ਆ? ਸ਼ੀ ਇਜ਼ ਵੈਰੀ ਪੂਅਰ ਟੂ ਪੇ ਹਰ ਡਿਊਜ਼ ਨਹੀਂ ਅਸੀਂ ਯੂਜ਼ ਕਰਾਂਗੇ, ਅਸੀਂ ਕਵਾਂਗੇ ਸ਼ੀ ਇਜ਼ ਟੂ ਪੂਅਰ ਟੂ ਪੇ ਹਰ ਡਿਊਜ਼। ਉਹ ਇੰਨੀ ਗਰੀਬ ਹੈ ਕਿ ਆਪਣੇ ਡਿਊਜ਼ ਪੇ ਨਹੀਂ ਕਰ ਸਕਦੀ। ਹੁਣ ਤੁਸੀਂ ਕਹੋਗੇ ਇਹਦੇ ਵਿੱਚ ਨੋਟ ਨਹੀਂ ਹੈ, ਬਟ ਇਹ ਇਟਸੈਲਫ ਨੈਗੇਟਿਵ ਹੈ। She is too poor to pay her dues ਮਤਲਬ ਇਹਦੇ ਵਿੱਚ ਆਪਣੇ ਆਪ ਹੀ ਆ ਗਿਆ ਕਿ ਉਹ ਇੰਨੀ ਗਰੀਬ ਹੈ
कि वो अपने ड्यूज पे नहीं कर सकती। इस गल का ध्यान रखना। और ये जिहड़ा सेंटेंस है ज़्यादातर एग्जाम विच पूछा जाता है। शी इज टू पुअर टू पे हर ड्यूज। कमिंग टू नेक्स्ट सेंटेंस, ही इज टू वीक फॉर वॉक। सेम थिंग, ही इज टू वीक फॉर वॉक। वो देखने को लग रहा है कि वो चलने लई बड़ा कमजोर है। सो सेम थिंग विल हैपन हेयर। असी की कहांगे, he is too weak to walk. He is too weak to walk. वो इन्ना कमजोर है कि तुर नहीं सकता। डियर स्टूडेंट्स, प्लीज अपने हैंड रेज ना करो, इत्थे स्क्रीन ते डिस्टर्बेंस होंदी है। वी विल टेक क्वेश्चंस आफ्टरवर्ड्स। आफ्टर द कंप्लीशन ऑफ दिस सेशन वी विल टेक क्वेश्चंस ਆਪਾਂ ਲਵਾਂਗੇ। ਤੁਸੀਂ प्लीज हैंड रेज ना करो। He is too weak to walk. वो इन्ना कमजोर है कि तुर नहीं सकता। आई एम रिपीटिंग दिस थिंग कि ਇਹਦੇ ਵਿੱਚ not नहीं है, बट ये सेंटेंस नेगेटिव दस रहा है कि वो इन्ना कमजोर है कि तुर नहीं सकता। He is too weak to walk. She is too poor to pay her dues. Next, we slowly walked. Now slowly again की है, it's an adverb कि ਅਸੀਂ ਤੁਰੇ ਕਿਦਾਂ ਤੁਰੇ, slowly ਤੁਰੇ। ਸੋ ਅਸੀਂ ਤਕਰੀਬਨ ਇਹ ਗਲਤੀ ਕਰ ਜਾਂਦੇ ਹਾਂ, ਅਸੀਂ ਲਿਖਦੇ ਹਾਂ we slowly walked। no, ਅਸੀਂ ਇਹਨੂੰ ਕਿਦਾਂ ਲਿਖਣਾ ਹੈ, we walked slowly। we walked slowly। next, this house is enough large for them। this house is enough large for them। ਇਹ ਘਰ ਉਹਨਾਂ ਲਈ ਕਾਫੀ ਵੱਡਾ ਹੈ, ਜਿੰਨਾ ਕੋ ਉਹਨਾਂ ਨੂੰ ਚਾਹੀਦਾ। ਇਨਫ ਹੈ, ਕਾਫੀ ਵੱਡਾ ਹੈ ਉਹਨਾਂ ਦੇ ਲਈ। ਸੋ ਇਹਨੂੰ ਕਿਦਾਂ ਲਿਖਣਾ ਹੈ, this house is large enough to them, for them, sorry। this house is large enough for them। ਇਹ ਉਹਨਾਂ ਦੇ ਲਈ ਜਿੰਨਾ ਚਾਹੀਦਾ ਹੈ ਨਾ, ਉਸ ਹਿਸਾਬ ਨਾਲ ਇਹ large ਹੈਗਾ। large enough for them, ਜਿੰਨਾ ਕੋ ਉਹਨਾਂ ਨੂੰ ਜ਼ਰੂਰਤ ਹੈ, ਉਹਨਾਂ ਲਈ ਕਾਫੀ ਹੈ, ਉਹਨਾਂ ਲਈ sufficient ਹੈ, ਉਹਨਾਂ ਲਈ appropriate ਹੈ, ਉਹਨਾਂ ਲਈ enough ਹੈ, ਉਹਨਾਂ ਇਹ large ਹੈਗਾ। large means big। so this house is big enough for them। ਉਹਨਾਂ ਜਿੰਨਾ ਕੋ ਉਹਨਾਂ ਨੂੰ ਚਾਹੀਦਾ ਹੈ, ਉਹਨਾਂ ਕੋ ਇਹ ਹੈਗਾ। So ਉੱਥੇ ਅਸੀਂ enough use ਕਰਦੇ ਹਾਂ, ENOUGH, enough। this house is large enough for them। next is, he doesn't know to swim। this is again a sentence which we commonly make mistake while using this। he doesn't know to swim, ਉਹਨੂੰ ਤੈਰਨਾ ਨਹੀਂ ਆਉਂਦਾ। but this is wrong। ਅਸੀਂ ਕੀ ਕਵਾਂਗੇ, ਅਸੀਂ ਇਹਦੇ ਵਿੱਚ ਇੱਕ adverb add ਕਰਾਂਗੇ, he doesn't know how to swim। ਜਦੋਂ ਅਸੀਂ ਦੱਸਣਾ ਹੋਵੇ ਨਾ ਕਿ ਉਸਨੂੰ ਤੈਰਨਾ ਨਹੀਂ ਆਂਦਾ, ਉਸਨੂੰ ਸਾਈਕਲਿੰਗ ਨਹੀਂ ਆਂਦੀ, ਉਸਨੂੰ ਡਰਾਈਵਿੰਗ ਨਹੀਂ ਆਂਦੀ, ਤਾਂ ਅਸੀਂ ਉੱਥੇ ਕੀ ਲਗਾਉਂਦੇ ਹਾਂ, how। he doesn't know how to drive a car। he doesn't know how to swim। he doesn't know how to play a harmonium। he doesn't know how to draw। ਜਦੋਂ ਅਸੀਂ ਕਹਿਣਾ ਹੋਵੇ ਨਾ ਕਿ ਉਹਨੂੰ ਇਹ ਚੀਜ਼ ਨਹੀਂ ਕਰਨੀ ਆਂਦੀ, ਉੱਥੇ ਅਸੀਂ how ਲਗਾਉਂਦੇ ਹਾਂ। he doesn't know how to swim, ਉਹਨੂੰ ਤੈਰਨਾ ਨਹੀਂ ਆਂਦਾ। he doesn't know how to swim। I don't know how to play tabla। I don't know how to play a guitar। ਅਸੀਂ how to ਲਗਾਉਂਦੇ ਹਾਂ, ਠੀਕ ਹੈ। next is, I don't know to do it। ਮੈਨੂੰ ਇਹ ਕਰਨਾ ਨਹੀਂ ਆਂਦਾ। again ਉਹੀ ਚੀਜ਼ ਰਿਪੀਟ ਹੋ ਰਹੀ ਹੈ, I don't know how to do it। I don't know how to do it। ਮੈਨੂੰ ਨਹੀਂ ਪਤਾ ਇਹ ਕਿੱਦਾਂ ਕਰਨਾ ਹੈ, ਮੈਨੂੰ ਇਹ ਕਰਨਾ ਨਹੀਂ ਆਂਦਾ। I don't know how to do it। next, don't run fastly। again ਅਸੀਂ fastly word ਬਹੁਤ ਜ਼ਿਆਦਾ use ਕਰਦੇ ਹਾਂ, but actually ਇਹ ਬਿਲਕੁਲ wrong ਹੈ। don't run fast। fastly ਨਹੀਂ use ਕਰਨਾ, ਅਸੀਂ ਕੀ use ਕਰਨਾ ਹੈ, fast। slow ਦੇ ਨਾਲ ਅਸੀਂ slowly ਕਹਿ ਦਿੰਦੇ ਹਾਂ, but fast ਨਾਲ fastly ਨਹੀਂ ਬੋਲਣਾ। ਅਸੀਂ ਕਹਿਣਾ ਹੈ don't run fast। run fast, जल्दी चलो, तेज तेज तुरो, भज्जो। so run fast या don't run fast, but fastly नहीं लगा। she is not clever to do it। वो इतनी चालाक नहीं है कि काम कर सके। she is not clever to do it। ਹੁਣ ਇੱਥੇ ਉਹੀ ਚੀਜ਼ ਆਏਗੀ, she is not clever enough to do it। ਜਦੋਂ ਅਸੀਂ ਲਗਾਣਾ ਹੋਵੇ ਨਾ ਕਿ ਉਹ ਇੰਨੀ ਤੇਜ਼ ਨਹੀਂ ਹੈ ਕਿ ਇਹ ਕੰਮ ਕਰ ਲਵੇ, ਉੱਥੇ ਅਸੀਂ ਫਿਰ enough ਲਗਾਉਂਦੇ ਹਾਂ। she is not clever enough। ਜਿੰਨਾ enough ਉੱਥੇ use ਹੁੰਦਾ ਹੈ ਕਿ ਜਿੰਨਾ ਸਾਨੂੰ ਚਾਹੀਦਾ ਹੈ, ਜਿਵੇਂ ਅਸੀਂ ਕੀਤਾ ਸੀ ਨਾ large enough, ਜਿੰਨਾ ਕੁ ਘਰ ਵੱਡਾ ਉਹਨਾਂ ਨੂੰ ਚਾਹੀਦਾ ਹੈ ਉਨਾ ਕੁ ਹੈਗਾ। ਜਿਹਨੂੰ ਕੋ ਚਲਾਕ ਹੋਣੀ ਚਾਹੀਦੀ ਹੈ ਇਸ ਕੰਮ ਲਈ ਉਹ ਨਹੀਂ ਹੈ।
she is not clever enough to do it, she is not clever enough to do it, he is not smart enough to do it, वो इतना smart नहीं है कि कर सके, he is not smart enough to do it, ਇੰਨਾ ਕੁ ਨਹੀਂ ਹੈ। ਸੋ ਇਨਫ ਅਸੀਂ ਉੱਥੇ ਯੂਜ਼ ਕਰਦੇ ਹਾਂ ਜਦੋਂ ਅਸੀਂ ਕਹਿਣਾ ਹੋਵੇ ਨਾ ਕਿ ਇੰਨਾ ਕੁ ਸਮਾਰਟ ਉਹ ਨਹੀਂ ਹੈ ਕਿ ਉਹ ਕੰਮ ਕਰ ਸਕੇ, she is not clever enough to do it, ਉਹ ਇੰਨੀ clever ਨਹੀਂ ਹੈ ਕਿ ਇਹ ਕੰਮ ਕਰ ਸਕੇ। Coming to next word, it's very hot to play tennis, it's very hot to play tennis, ਇੰਨੀ ਗਰਮੀ ਹੈ ਟੈਨਿਸ ਦੇ ਟੈਨਿਸ ਖੇਡਣ ਦੇ ਹਿਸਾਬ ਨਾਲ ਬਹੁਤ ਗਰਮੀ ਹੈ, ਮਤਲਬ ਨਹੀਂ ਖੇਡਿਆ ਜਾਏਗਾ ਟੈਨਿਸ। ਅਗੇਨ ਉਹੀ ਵਾਲਾ ਸੈਂਟੈਂਸ, it's too hot to play tennis, so again ਹੁਣ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਇਹ ਨੈਗੇਟਿਵ ਹੋ ਜਾਂਦਾ ਹੈ, ਫਿਰ ਇੰਨੀ ਗਰਮੀ ਹੈ ਕਿ ਟੈਨਿਸ ਨਹੀਂ ਖੇਡਿਆ ਜਾਏਗਾ। it's too hot to play tennis, like it's so hot that we cannot play tennis, ਇੰਨੀ ਕੁ ਗਰਮੀ ਹੈ ਕਿ ਅਸੀਂ ਟੈਨਿਸ ਨਹੀਂ ਖੇਡ ਸਕਦੇ, it's too hot to play tennis। ਸੋ ਇਹ ਆਪਣੇ ਆਪ ਚ ਨੋਟ ਇਹਦੇ ਅੰਦਰ ਹੀ ਹੈ, NOT ਨੋਟ ਇਹਦੇ ਅੰਦਰ ਹੀ ਹੈ ਕਿ it's so hot that we cannot play tennis। Next, I feel comparatively better today, ਆਪਾਂ ਜ਼ਿਆਦਾਤਰ ਕਹਿ ਦਿੰਦੇ ਹਾਂ ਅੱਜ ਤੁਹਾਡਾ ਕੀ ਹਾਲ ਹੈ, ਆਪਾਂ ਕਹਿੰਦੇ ਹਾਂ ਪਹਿਲੇ ਨਾਲੋਂ ਬਿਹਤਰ ਹੈ ਨਾ। I feel comparatively ਹੁੰਦਾ ਹੈ ਜੇ ਆਪਾਂ ਪਹਿਲਾਂ ਨਾਲ ਕੰਪੇਅਰ ਕਰ ਲਈਏ ਤੇ better। ਅਗੇਨ ਕੀ ਅਸੀਂ ਇਹਦੇ ਚ ਗਲਤੀ ਕਰ ਰਹੇ ਹਾਂ, better ਜਿਹੜਾ ਹੈ, better ਦਾ ਮਤਲਬ ਹੀ ਪਹਿਲਾਂ ਨਾਲੋਂ ਠੀਕ, better the good, better best, so better ਦਾ ਮਤਲਬ ਹੀ ਹੁੰਦਾ ਹੈ ਪਹਿਲੇ ਨਾਲੋਂ ਠੀਕ। good means ਵਧੀਆ, better means ਉਸ ਤੋਂ ਵਧੀਆ, and best means ਸਭ ਤੋਂ ਵਧੀਆ। so we are not going to use this word comparatively, ਅਸੀਂ ਕੀ ਕਵਾਂਗੇ, I feel better today, ਮੈਨੂੰ ਅੱਜ ਪਹਿਲਾਂ ਨਾਲੋਂ ਵਧੀਆ ਲੱਗ ਰਿਹਾ ਹੈ। so better ਦਾ ਖੁਦ ਬ ਖੁਦ ਮਤਲਬ ਕੀ ਹੁੰਦਾ ਹੈ, comparatively ਚੰਗਾ ਪਹਿਲੇ ਨਾਲੋਂ, so I feel better today। next, he is now too strong to walk, he is now too strong to walk, ਹੁਣ ਉਹ ਇੰਨਾ strong ਹੈ ਕਿ ਤੁਰ ਨਹੀਂ ਸਕਦਾ, no, ਗਲਤ ਹੈ ਨਾ, ਕਿਉਂਕਿ ਆਪਾਂ ਹੁਣੇ ਕੀਤਾ ਕਿ to or to ਆ ਜਾਏ ਤਾਂ ਫਿਰ ਉਹ not ਆ ਜਾਂਦਾ ਹੈ, he is now too strong to walk, ਉਹ ਇੰਨਾ ਹੁਣ ਤਾਕਤਵਰ ਹੋ ਗਿਆ ਕਿ ਤੁਰ ਨਹੀਂ ਸਕਦਾ, so this is wrong। ਅਸੀਂ ਇੱਥੇ ਕੀ ਕਰਾਂਗੇ, he is now strong enough to walk, ਹੁਣ ਉਹ ਇੰਨਾ ਕੁ ਤਾਕਤਵਰ ਹੋ ਚੁੱਕਿਆ ਹੈ ਕਿ ਤੁਰ ਸਕਦਾ ਹੈ, ਜਿੰਨਾ ਕੁ ਹੋਣਾ ਚਾਹੀਦਾ ਤੁਰਨ ਲਈ, ਹੈ ਨਾ। ਸੋ to or to ਹੋ ਜਾਏਗਾ ਤਾਂ ਇਹਦਾ ਮਤਲਬ ਹੈ ਕਿ ਉਹ ਨਹੀਂ ਹੋ ਸਕਦਾ ਕੰਮ, ਔਰ ਅਗਰ enough ਆ ਜਾਏ ਤਾਂ that means ਜਿੰਨਾ ਕੁ ਜ਼ਰੂਰਤ ਹੈ ਉਨਾ, he is now strong enough to walk, ਉਹ ਇੰਨਾ ਹੈਗਾ ਤਾਕਤਵਰ ਹੋ ਗਿਆ, strong ਹੋ ਗਿਆ ਕਿ ਹੁਣ ਤੁਰ ਸਕੇ। ਅਗਰ ਹੁੰਦਾ he is too weak to walk, ਫਿਰ ਇਹ ਠੀਕ ਰਹਿਣਾ ਸੀ, but too strong to walk ਤਾਂ ਫਿਰ opposite ਹੋ ਜਾਂਦਾ ਨਾ, ਸੋ ਅਸੀਂ ਕੀ ਕਵਾਂਗੇ, he is now strong enough to walk। so proverb of the day is, a single sheep infects the whole flock, a single sheep infects, single sheep ਇੱਕੋ ਹੀ sheep ਜਿਹੜੀ ਹੈ ਉਹ ਪੂਰੇ flock ਨੂੰ, flock ਹੁੰਦਾ ਹੈ group of sheep, ਅਸੀਂ flock birds ਲਈ ਵੀ use ਕਰਦੇ ਹਾਂ, ਜਿਵੇਂ ਆਪਾਂ ਇੱਕ proverb ਸ਼ੁਰੂ ਚ ਕੀਤਾ ਸੀਗਾ, birds of a feather flock together, ਖਰਬੂਜੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ, birds of flock ਹੁੰਦਾ ਹੈ, flock ਅਸੀਂ birds ਦੇ group ਨੂੰ ਵੀ ਕਹਿ ਦਿੰਦੇ ਹਾਂ, sheep ਔਰ goats ਦੇ group ਨੂੰ ਵੀ ਅਸੀਂ flock ਕਹਿ ਦਿੰਦੇ ਹਾਂ। ਸੋ ਇੱਕ ਜਿਹੜੀ ਕੱਲੀ sheep ਹੈ ਨਾ ਪੂਰੇ flock ਨੂੰ ਇਨਫੈਕਟ ਕਰ ਦਿੰਦੀ ਹੈ, ਇਨਫੈਕਸ਼ਨ ਵਰਡ ਤਾਂ ਤੁਸੀਂ ਅੱਜ ਕੱਲ ਕਾਮਨਲੀ ਸੁਣ ਹੀ ਰਹੇ ਹੋ, ਇਨਫੈਕਟ ਮਤਲਬ ਸਾਰਿਆਂ ਨੂੰ ਹੀ ਬਿਮਾਰੀ ਦੇ ਦਿੰਦੀ ਹੈ, ਇਨਫੈਕਸ਼ਨ ਦੇ ਦਿੰਦੀ ਹੈ ਨਾ। a single sheep infects the whole flock, that means ਇੱਕ ਗੰਦੀ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ, a single sheep infects the whole flock। that's all for today, thank you so much for having me with you। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਭੈਣ ਜੀ ਇੱਕ ਦੋ ਕੁ ਬੱਚਿਆਂ ਦੇ ਹੈਂਡ ਰੇਜ਼ ਲੈ ਲਓ ਬੇਟੇ, ਜਿਨ੍ਹਾਂ ਬੱਚਿਆਂ ਦੇ ਸਵਾਲ ਨੇ ਭੈਣ ਜੀ ਹੋਰਾਂ ਤੋਂ ਤੁਹਾਡੇ ਇੰਗਲਿਸ਼ ਦੇ ਅਕੋਰਡਿੰਗ ਜਾਂ ਕੋਈ ਗੁਰਮਤਿ ਦਾ ਸਵਾਲ। ਸੋ ਟਾਈਮ ਆਪਣਾ ਹੋ ਚੱਲਿਆ, ਬਾਕੀ ਪਲੀਜ਼ ਆਪਣਾ ਆਪਣਾ ਹੈਂਡ ਰੇਜ਼ ਕਰੋ ਜਿਹੜੇ ਬੱਚਿਆਂ ਦੇ ਸਵਾਲ ਹੈ। ਹਾਂਜੀ 14/062 MK ਰਮਨਜੋਤ ਕੌਰ। ਬੇਟੇ ਜੀ MK ਰਮਨਜੋਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬੇਟੇ ਮੈਂ ਸਰ ਮੇਰਾ ਕੁਐਸਚਨ ਮੈਡਮ ਨੂੰ ਸੀ ਕਿ ਆਪਾਂ ਵੈਰੀ ਕਦੋਂ ਯੂਜ਼ ਕਰਦੇ ਹਾਂ? ਬੇਟਾ ਵੈਰੀ ਜਿਵੇਂ
ਇਹ ਡਿਪੈਂਡ ਕਰਦਾ, ਇਹ ਤੁਸੀਂ ਹੁਣ ਜਿਸ ਤਰ੍ਹਾਂ ਪ੍ਰੈਕਟਿਸ ਕਰੋਗੇ ਨਾ, ਕਿਤੇ ਵੈਰੀ, ਜਿਵੇਂ ਅਸੀਂ ਕਿਹਾ ਵੈਰੀ ਗੁੱਡ, ਅਸੀਂ ਕਹਿੰਦੇ ਹਾਂ ਬਹੁਤ ਵਧੀਆ। ਸੋ ਇਟ ਡਿਪੈਂਡਸ ਅਪਨ ਦ ਯੂਜ਼ੇਜ, ਕਿੱਦਾਂ ਤੁਸੀਂ ਯੂਜ਼ ਕਰ ਰਹੇ ਹੋ ਨਾ ਸੈਂਟੈਂਸਸ ਨੂੰ, ਉਹਦੇ ਤੇ। ਇਹ ਮੈਂ ਕੁਝ ਪਾਰਟਿਕੂਲਰਲੀ ਏਦਾਂ ਨਹੀਂ ਕਹਿ ਸਕਦੀ ਕਿ ਇਹਦੇ ਨਾਲ ਵੈਰੀ ਯੂਜ਼ ਕਰਨਾ ਹੈ, ਠੀਕ ਹੈ। ਸੋ ਵੈਰੀ ਮਤਲਬ ਬਹੁਤ ਹੈ ਨਾ। ਆਈ ਐਮ ਵੈਰੀ ਟਾਇਰਡ, ਮੈਂ ਅੱਜ ਬਹੁਤ ਥੱਕੀ ਹੋਈ ਹਾਂ। ਆਈ ਐਮ ਵੈਰੀ ਟਾਇਰਡ, ਆਈ ਐਮ ਵੈਰੀ ਬਿਜ਼ੀ। ਸੋ ਉੱਥੇ ਆਪਾਂ ਜਦੋਂ ਬਹੁਤ ਕਰਨਾ ਹੋਵੇ ਤਾਂ ਅਸੀਂ ਵੈਰੀ ਯੂਜ਼ ਕਰਦੇ ਹਾਂ। ਹਾਂਜੀ ਬੇਟਾ ਜੀ, ਨੈਕਸਟ ਬੱਚਾ ਪ੍ਰਭਦੀਪ ਕੌਰ ਜੀ। ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟੇ। ਮੈਮ ਜਿਹੜਾ ਮੈਮ ਤੁਸੀਂ ਸੈਂਟੈਂਸ ਕਿਹਾ ਸੀ ਇਟ ਇਜ਼ ਵੈਰੀ ਕੋਲਡ ਟੂਡੇ, ਮੈਮ ਉਹਦੀ ਜਗ੍ਹਾ ਤੇ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਇਟ ਇਜ਼ ਟੂ ਕੋਲਡ ਟੂਡੇ। ਬੱਚੇ ਹਾਂ, ਇੱਥੇ ਤੁਸੀਂ ਇਟ ਇਜ਼ ਵੈਰੀ ਕੋਲਡ ਟੂਡੇ ਕਰੋ, ਇਟ ਇਜ਼ ਵੈਰੀ ਕੋਲਡ ਟੂਡੇ, ਯੈਸ ਮੈਮ। ਹੈ ਨਾ। ਤੁਸੀਂ ਇੱਥੇ ਵੈਰੀ ਹੀ ਯੂਜ਼ ਕਰੋਗੇ, ਇਟ ਇਜ਼ ਵੈਰੀ ਕੋਲਡ ਟੂਡੇ। ਟੂ ਆਪਾਂ ਉਦਾਂ ਕਰਦੇ ਹਾਂ ਜਿਵੇਂ ਇਟ ਇਜ਼ ਟੂ ਕੋਲਡ ਟੂ ਵਾਕ, ਇੰਨੀ ਠੰਡ ਹੈ ਕਿ ਸਾਡੇ ਕੋਲੋਂ ਤੁਰਿਆ ਨਹੀਂ ਜਾ ਰਿਹਾ। ਫਿਰ ਆਪਾਂ ਟੂ ਯੂਜ਼ ਕਰਾਂਗੇ ਉੱਥੇ, ਜਿੱਥੇ ਤੁਸੀਂ ਮਤਲਬ ਉਸ ਚੀਜ਼ ਕਿਸੇ ਚੀਜ਼ ਨਾਲ ਕੰਪੇਅਰ ਕਰ ਰਹੇ ਹੋ ਨਾ, ਫਿਰ ਉਹ ਜ਼ਿਆਦਾ ਐਪਰੋਪ੍ਰੀਏਟ ਹੁੰਦਾ ਉੱਥੇ। ਜਿਵੇਂ I was too tired to work, ਮੈਂ ਇੰਨੀ ਥੱਕੀ ਹੋਈ ਸੀ। ਜੇ ਮੈਂ ਕਹਿਣਾ ਹੋਵੇ ਮੈਂ ਬਹੁਤ ਥੱਕੀ ਹੋਈ ਹਾਂ ਤਾਂ ਮੈਂ ਕੀ ਕਵਾਂਗੀ, I am very tired। ਅਗਰ ਮੈਂ ਕਹਿਣਾ ਹੋਵੇ ਮੈਂ ਇੰਨੀ ਥੱਕੀ ਹੋਈ ਹਾਂ ਕਿ ਮੈਂ ਹੁਣ ਬੈਠ ਵੀ ਨਹੀਂ ਸਕਦੀ, I am too tired to sit, ਉੱਥੇ ਅਸੀਂ to ਯੂਜ਼ ਕਰਾਂਗੇ। Got it? ਭੈਣ ਜੀ ਲਾਸਟ ਬੱਚਾ ਜੀ, ਭੈਣ ਜੀ ਆਪਣਾ ਟਾਈਮ ਹੋ ਚੱਲਿਆ ਜੀ ਥੋੜਾ ਪੂਰਾ। ਖੁਸ਼ਪ੍ਰੀਤ ਕੌਰ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੈਮ ਮੇਰਾ ਸਵਾਲ ਇਹ ਸੀ, ਮੈਮ ਤੁਸੀਂ ਇੱਕ ਸੈਂਟੈਂਸ ਬੋਲਿਆ ਸੀ ਹੀ ਡਜ਼ ਨਾਟ ਨਿਊ ਟੂ ਸਵਿਮ, ਮੈਮ ਇਸ ਦਾ ਮਤਲਬ ਸੀ ਵੀ ਉਸਨੂੰ ਤੈਰਨਾ ਨਹੀਂ ਆਉਂਦਾ। ਮੈਮ ਬਾਅਦ ਦੇ ਵਿੱਚ ਤੁਸੀਂ ਕਿਹਾ ਵੀ ਇਸ ਦੇ ਵਿੱਚ ਹਾਊਸ ਯੂਜ਼ ਹੋਵੇ, ਮੈਮ ਹਾਊ ਦਾ ਮਤਲਬ ਹੁੰਦਾ ਕਿਵੇਂ, ਮੈਮ ਇਸ ਦਾ ਕੀ ਮਤਲਬ? ਹਾਂਜੀ ਬੇਟੇ, he doesn't know how to swim, ਉਹਨੂੰ ਨਹੀਂ ਪਤਾ ਸਵਿਮ ਕਿੱਦਾਂ ਕਰੀਦਾ ਹੈ। he doesn't know how to swim, ਮੈਂ ਤੁਹਾਨੂੰ ਦੱਸਿਆ ਨਾ, ਜਦੋਂ ਵੀ ਤੁਸੀਂ ਇੰਗਲਿਸ਼ ਵਿੱਚ ਕੋਈ ਵੀ ਸੈਂਟੈਂਸ ਕਹਿਣਾ ਹੋਵੇ ਨਾ ਕਿ ਮੈਨੂੰ ਡਰਾਈਵਿੰਗ ਨਹੀਂ ਆਉਂਦੀ, ਤਾਂ ਮੈਂ ਕੀ ਕਹਾਂਗੀ, I don't know how to drive a car, ਮੈਨੂੰ ਵਾਜਾ ਵਜਾਣਾ ਨਹੀਂ ਆਉਂਦਾ, I don't know how to play a harmonium, ਮੈਨੂੰ ਗਿਟਾਰ ਵਜਾਣਾ ਨਹੀਂ ਆਉਂਦਾ, I don't know how to play a guitar, play ਕਰਨੇ ਅਸੀਂ ਜਿਹੜੇ ਮਿਊਜ਼ੀਕਲ ਇੰਸਟਰੂਮੈਂਟ। I don't know how to swim, I don't know how to do this, ਮੈਨੂੰ ਇਹ ਕੰਮ ਨਹੀਂ ਆਉਂਦਾ, ਤਾਂ ਉੱਥੇ ਅਸੀਂ how to ਲਗਾਵਾਂਗੇ। how to ਦਾ ਮਤਲਬ ਇੱਥੇ ਹੈ ਕਿਸ ਤਰ੍ਹਾਂ ਕਰਨਾ ਹੈ। ਥੈਂਕ ਯੂ ਮੈਮ। ਬੇਟੇ ਪ੍ਰਭਦੀਪ ਕੌਰ ਜੀ, ਬੇਟੇ ਲਾਸਟ ਬੱਚਾ, ਕਾਫੀ ਟਾਈਮ ਤੋਂ ਤੁਸੀਂ ਵਾਰ-ਵਾਰ ਹੰਡਰੇ। ਪ੍ਰਭਦੀਪ ਕੌਰ ਜੀ ਪਲੀਜ਼। ਪ੍ਰਭਦੀਪ ਕੌਰ ਬੇਟੇ ਬੋਲੋ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਤੁਸੀਂ ਟੈਨਿਸ ਕਿਹਾ ਸੀ ਜੀ, ਉਹਦੇ ਕਿਵੇਂ ਮਤਲਬ ਜੀ ਕਿਹਾ ਜੀ? ਟੈਨਿਸ? ਹਾਂਜੀ। ਟੈਨਿਸ ਤਾਂ ਬੱਚੇ ਇੱਕ ਸਪੋਰਟ ਹੈ ਨਾ, ਟੈਨਿਸ ਇੱਕ ਗੇਮ ਹੈ। ਟੈਨਿਸ ਪੁੱਛ ਰਹੇ ਹੋ ਨਾ ਪ੍ਰਭਦੀਪ ਕੌਰ? ਹਾਂਜੀ ਹਾਂਜੀ ਭੈਣ ਜੀ। ਹਾਂਜੀ ਬੇਟਾ, ਟੈਨਿਸ ਇੱਕ ਸਪੋਰਟ ਹੈ ਜਿਹਦੇ ਵਿੱਚ ਟੈਨਿਸ ਰੈਕੇਟਸ ਹੁੰਦੇ ਆ ਦੋਨੋਂ ਪਲੇਅਰਸ ਦੇ ਕੋਲ, ਔਰ ਇੱਕ ਟੈਨਿਸ ਬਾਲ ਹੁੰਦੀ ਹੈ। ਸਾਨੀਆ ਮਿਰਜ਼ਾ ਸਾਡੀ ਇੰਡੀਆ ਦੀ ਟੈਨਿਸ ਪਲੇਅਰ ਹੈ, ਬਹੁਤ ਵੱਡੀ। ਟੈਨਿਸ ਇਜ਼ ਅ ਸਪੋਰਟ, ਠੀਕ ਹੈ। ਓਕੇ, ਧੰਨਵਾਦ ਭੈਣ ਜੀ, ਬਹੁਤ ਬਹੁਤ। ਸੋ ਪਿਆਰੇ ਬੱਚਿਓ, ਆਪ ਜੀ ਦਾ ਸਾਰਿਆਂ ਦਾ ਬਹੁਤ ਧੰਨਵਾਦ। ਨੈਕਸਟ ਸੈਟਰਡੇ ਬੇਟੇ ਤੁਹਾਡਾ ਫਿਰ ਸੈਸ਼ਨ ਹੋਏਗਾ। ਜਿਹੜੇ ਵੀ ਬੱਚਿਆਂ ਨੇ ਜਿਹੜੇ ਟੌਪਿਕ ਤੇ ਬੋਲਣਾ ਹੈ, ਸੋ ਪਲੀਜ਼ ਆਪ ਜੀ ਜਿਹੜਾ ਨੰਬਰ ਦਿੱਤੇ ਜਾਂਦੇ ਨੇ ਲਾਸਟ ਵਿੱਚ ਉਹਨਾਂ ਤੇ ਕੰਟੈਕਟ ਕਰਿਓ। ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਅੱਜ ਬੇਟੇ ਬੰਦੀ ਛੋੜ ਦਿਵਸ ਹੈ। ਸੋ ਹੁਣ ਇਹ ਨਾ ਹੋਵੇ ਆਪਾਂ ਗੁਰਮਤਿ ਦੀਆਂ ਵਿਚਾਰਾਂ ਸੁਣ ਕੇ ਬਾਅਦ ਦੇ ਵਿੱਚ ਹੁਣ ਕਿਤੇ ਮੰਮੀ ਡੈਡੀ ਵੇਟ ਕਰਦੇ ਹੁਣ ਆਪਾਂ ਲੈ ਕੇ ਦੀਵੇ ਕੋਈ ਮੜੀਆਂ ਖਬਰਾਂ ਨੂੰ ਚੱਲ ਪਈਏ, ਹੈ ਨਾ। ਸੋ ਸਿੱਖਿਆ ਜਿਹੜਾ ਆਪਾਂ 4 ਮਹੀਨਿਆਂ 'ਚ 5 ਮਹੀਨਿਆਂ ਦੇ ਵਿੱਚ ਅੱਜ ਆਪਾਂ ਉੱਤੇ ਥੋੜਾ ਪਹਿਰਾ ਦੇਣਾ। ਠੀਕ ਹੈ, ਪੇਰੈਂਟਸ ਨਹੀਂ ਸਮਝਦੇ, ਆਪਾਂ ਉਹਨਾਂ ਨਾਲ ਕੋਈ ਬਹਿਸ ਨਹੀਂ ਕਰਨੀ। ਹੌਲੀ ਹੌਲੀ ਆਪਾਂ ਪ੍ਰਪੇਅਰ ਰਹਿਣਾ ਹੈ, ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ ਦੇ ਗਿਆਨ ਨੂੰ ਸਮਝ ਕੇ। ਸੋ ਕੋਸ਼ਿਸ਼ ਕਰੀਏ ਆਪਾਂ ਆਪਣੇ ਜੀਵਨ ਦੇ ਵਿੱਚ ਜੋ ਸੁਣ ਰਹੇ ਹਾਂ, ਰੋਜ਼ ਸਮਝ ਰਹੇ ਹਾਂ, ਇਹਨੂੰ ਜੀਵਨ ਦੇ ਵਿੱਚ ਆਪਾਂ ਜਿਉਣਾ ਸ਼ੁਰੂ ਕਰੀਏ। ਸੋ
ਸਾਰੇ ਬੱਚਿਆਂ ਦਾ ਬਹੁਤ ਧੰਨਵਾਦ। ਵੀਰ ਜੀ ਨੂੰ ਮੈਂ ਬੇਨਤੀ ਕਰਾਂਗਾ, ਜਿਹੜੇ ਬੱਚਿਆਂ ਨੇ ਜਾਪ ਸੇਵਾ ਲੈਣੀ ਹੈ ਜੀ ਜਾਂ ਕੀਰਤਨ ਦੀ ਸੇਵਾ ਲੈਣੀ ਹੈ, ਪਲੀਜ਼ ਜੋ ਇਹਨਾਂ ਨੰਬਰਾਂ ਤੇ ਆਪ ਜੀ ਸੰਪਰਕ ਕਰ ਸਕਦੇ ਹੋ। ਤੇ ਜਦੋਂ ਆਪ ਜੀ ਦੀ ਵਾਰੀ ਆਏਗੀ ਤੇ ਆਪ ਜੀ ਨੂੰ ਇਹ ਸੇਵਾ ਦਾ ਮੌਕਾ ਮਿਲੇਗਾ, ਜਾਪ ਸੇਵਾ ਤੇ ਕੀਰਤਨ ਸੇਵਾ। ਫੀਡਬੈਕ, ਤੁਹਾਡੇ ਕੋਈ ਵੀ ਸਵਾਲ ਹੋਣ ਤਾਂ ਆਪ ਜੀ ਇਸ ਨੰਬਰ ਤੇ ਭੇਜ ਸਕਦੇ ਹੋ। ਸੋ ਆਪਾਂ ਵੀਰ ਜੀ ਅਟੈਂਡੈਂਸ ਹੋ ਜਾਣ ਦੋ ਬੱਚਿਆਂ ਦੀ, ਸੋ ਉਸ ਤੋਂ ਬਾਅਦ ਫਿਰ ਆਪਾਂ ਜਿਨ੍ਹਾਂ ਬੱਚਿਆਂ ਦੀ ਹਾਜ਼ਰੀ ਲੱਗ ਗਈ ਹੈ ਜੀ ਉਹ ਆਪ ਜੀ ਕਲਾਸ ਛੱਡ ਸਕਦੇ ਹੋ। ਸੋ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਸਾਰੇ ਰਲ ਮਿਲ ਕੇ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਸਿੱਖਦੇ ਰਹੀਏ। ਸਾਰੀ ਉਮਰ ਸਿੱਖ ਮੀਨਜ਼ ਸਿੱਖਣ ਵਾਲਾ। ਸੋ ਚੰਗੇ ਗੁਣਾਂ ਨੂੰ ਜੀਵਨ 'ਚ ਲਿਆਈਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਆਪਾਂ ਲਈਏ ਜੀ ਸਾਰੇ। ਸੋ ਇੱਥੇ ਕਲਾਸ ਕਲੋਜ਼ ਕੀਤੀ ਜਾਂਦੀ ਹੈ ਜੀ। ਸੋ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।